ਤੇ ਜਿਹੜੇ ਜ਼ਿੰਦਗੀ ਦੇ ਚੈਲੰਜ ਦੀ ਗੱਲ ਕਰਾਂ ਉਹ ਸ਼ੁਰੂਆਤ ਦੇ ਵਿੱਚ ਹੀ ਚੈਲੰਜ ਆਣੇ ਸਟਾਰਟ ਹੋ ਗਏ ਸੀਗੇ ਮੈਨੂੰ। ਠੀਕ ਹੈ ਜੀ। ਤੇ ਕਿੰਨੇ ਦੋਸਤਾਂ ਨੇ 5ਵੀਂ ਕਲਾਸ ਸਾਰਿਆਂ ਨੇ ਕੀਤੀ ਹੋਣੀ ਹੈ ਨਾ, ਤੇ ਉਹਦੇ ਇੱਕ 65 ਰੁਪਏ ਫੀਸ ਹੁੰਦੀ ਸੀਗੀ 5ਵੀਂ ਕਲਾਸ ਦੇ ਵਿੱਚ। ਤੇ ਮੈਂ ਫਾਦਰ ਸਾਹਿਬ ਨੂੰ ਦੱਸਿਆ ਵੀ ਐਂ ਕਰਕੇ ਮੈਂ ਬੋਰਡ ਦੀ ਫੀਸ ਭਰਨੀ ਹੈ 65 ਰੁਪਏ। ਠੀਕ ਹੈ ਜੀ। ਤੇ 10 ਦਿਨ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹ 65 ਰੁਪਏ ਜਿਹੜੀ ਫੀਸ ਉਹ ਪੇ ਨਹੀਂ ਕਰ ਸਕੇ ਸੀਗੇ। ਠੀਕ ਹੈ ਜੀ। ਸਕੂਲ 'ਚ ਜਾਂਦਾ ਤੇ ਮਾਸਟਰ ਬੜਾ ਮੈਨੂੰ ਵੀ ਦਲਜੀਤ ਤੂੰ ਫੀਸ ਕਿਉਂ ਨਹੀਂ ਪੇ ਕਰ ਰਿਹਾ ਨਾ, ਤਾਂ ਇਹ ਮਜਬੂਰੀ ਹੈ ਨਾ। ਤਾਂ 10 ਦਿਨ ਮੈਂ ਫਾਦਰ ਸਾਹਿਬ ਨੇ, ਫਾਦਰ ਸਾਹਿਬ ਕਹਿੰਦੇ ਵੀ ਮੈਂ ਜਿਹੜੀ ਉਹ ਫੀਸ ਪੇ ਨਹੀਂ ਕਰ ਸਕਦਾ ਹੈਗਾ। ਕਿਉਂਕਿ ਮੈਂ ਕਹਿੰਦਾ ਵੀ ਛੋਟੀ ਜ਼ਿੰਦਗੀ ਜੀ ਹੱਸਣ ਖੇਡਣ ਵਾਲੀ ਜ਼ਿੰਦਗੀ ਜੀ ਮਤਲਬ ਟੈਨਸ਼ਨਾਂ ਬੜੀਆਂ ਸਟਾਰਟ ਹੋ ਗਈਆਂ ਤੇ ਕਬੀਲਦਾਰੀ ਕਹਿੰਦਾ ਵੀ ਕਬੀਲਦਾਰੀ ਜਿਹੜੀ ਦਿਖਣੀ ਉਹ ਮੈਨੂੰ ਸਟਾਰਟ ਹੋ ਗਈ ਸੀ। ਤਾਂ ਮੇਰੇ ਦਾਦਾ ਜੀ ਉਹ ਅੱਡ ਸੀਗੇ ਮੇਰੇ ਦਾਦਾ ਜੀ, ਤਾਂ ਉਸ ਟਾਈਮ ਮੇਰੇ ਦਾਦਾ ਜੀ ਨੇ ਜਿਹੜੀ ਉਹ 65 ਰੁਪਏ ਜਿਹੜੀ ਫੀਸ ਮੇਰੇ ਲਈ ਉਹ ਪੇ ਕਰਤੀ ਸੀਗੀ ਉਹਨਾਂ ਨੇ। ਠੀਕ ਹੈ ਜੀ। ਸੋ ਮੈਂ ਪੜ੍ਹਨਾ ਸਟਾਰਟ ਕਰਤਾ ਤੇ ਅੱਗੇ 5ਵੀਂ ਕਲਾਸ ਕੀਤੀ ਜੀ ਤੇ 6th ਕਲਾਸ ਦੇ ਵਿੱਚ ਹੋ ਗਿਆ ਨਾ। ਤੇ ਮੈਨੂੰ ਇਹਨਾਂ ਪਤਾ ਸੀਗਾ ਕਿ ਮੇਰੀ ਜਿਹੜੀ ਫੈਮਿਲੀ ਆ ਉਹ ਮੈਨੂੰ ਨਹੀਂ ਪੜ੍ਹਾ ਸਕਦੀ ਹੈਗੀ। ਤੇ ਠੀਕ ਹੈ ਜੀ। ਤੇ ਵੀ ਜਿਹੜੇ ਮੇਰੇ ਪਰਿਵਾਰ ਆ ਉਹ ਬੜਾ ਨਾਰਮਲ ਪਰਿਵਾਰ ਆ। ਤੇ ਮੈਨੂੰ ਇੱਕ ਸ਼ੌਂਕ ਸੀਗਾ ਬਚਪਨ ਦੇ ਵਿੱਚ ਕਬੱਡੀ ਖੇਡਣ ਦਾ। ਠੀਕ ਹੈ ਜੀ। ਕਬੱਡੀ ਖੇਡਣ ਦਾ ਸ਼ੌਂਕ ਸੀਗਾ ਮੈਂ। ਸੋ ਪੜ੍ਹਨਾ ਸਟਾਰਟ ਕੀਤਾ, ਸਟੱਡੀ ਦੇ ਨਾਲ ਨਾਲ ਮੈਂ ਮਤਲਬ ਕਬੱਡੀ ਜਿਹੜੀ ਉਹ ਸਟਾਰਟ ਕਰਤੀ, ਕਬੱਡੀ ਨੂੰ ਖੇਡਣਾ ਸਟਾਰਟ ਕੀਤਾ। ਤਾਂ ਕੀ ਹੋਇਆ ਤੇ ਥੋੜੇ ਥੋੜੇ ਜਦੋਂ ਪੈਸੇ ਆਉਣੇ ਹੋ ਗਏ ਤਾਂ ਡੈਡੀ ਨੇ ਕਹਿੰਦਾ ਕਿ ਮੈਂ ਪੁੱਤ ਤੈਨੂੰ ਨਹੀਂ ਪੜ੍ਹਾ ਸਕਦਾ ਹੈਗਾ। ਠੀਕ ਹੈ ਜੀ। ਪਰ ਸ਼ੁਰੂ 'ਚ ਸੀਗਾ ਕਹਿੰਦੇ ਜੇ ਗਰੀਬ ਘਰੇ ਜੰਮੇ ਆ ਉਹਦੇ 'ਚ ਆਪਣੀ ਗਲਤੀ ਨਹੀਂ ਹੈਗੀ, ਅਗਰ ਗਰੀਬ ਘਰੇ ਆਪਾਂ ਮਰ ਗਏ ਨਾ ਉਹਦੇ 'ਚ ਆਪਣੀ ਗਲਤੀ ਹੈ। ਠੀਕ ਹੈ ਜੀ। ਸੋ ਪੜ੍ਹਨਾ ਸਟਾਰਟ ਕੀਤਾ, ਨਾਲ ਨਾਲ ਮੈਂ ਕਬੱਡੀ ਦੀ ਜਿਹੜੀ ਗੇਮ ਕਰਦਾ ਸੀਗਾ ਤੇ ਕਬੱਡੀ ਦੀ ਗੇਮ ਨੂੰ ਸਟਾਰਟ ਕੀਤਾ ਤੇ ਹੌਲੀ ਹੌਲੀ ਮੈਂ ਮਿਹਨਤ ਕਰਦਾ ਸੀਗਾ, ਨਾਲ ਨਾਲ ਆਪਣੀ ਜਿਹੜੀ ਸਟੱਡੀ ਕਰਦਾ ਸੀਗਾ। ਠੀਕ ਹੈ ਜੀ। ਤੇ ਬਹੁਤ ਐਫਰਟ ਮਾਰਿਆ ਮੈਂ ਕਬੱਡੀ ਦੇ ਵਿੱਚ। ਤੇ ਜਦੋਂ ਕਬੱਡੀ ਦੀ ਵੀ ਸਟਾਰਟਿੰਗ ਕੀਤੀ ਸੀਗੀ, ਜਦੋਂ ਮੈਂ ਖੇਡਣਾ ਸਟਾਰਟ ਕਰਤਾ ਸੀਗਾ ਤਾਂ ਉਦੋਂ ਵੀ ਲੋਕਾਂ ਨੇ ਮਤਲਬ ਮੇਰੀਆਂ ਬਹੁਤ ਲੱਤਾਂ ਖਿੱਚੀਆਂ ਹਨ ਵੀ ਤੇਰੀ ਲੱਤ ਟੁੱਟ ਜੂਗੀ, ਤੂੰ ਨਹੀਂ ਬਣ ਸਕਦਾ ਉਹ ਚੀਜ਼ਾਂ ਨਾ। ਤਾਂ ਮੇਰਾ ਜਿਹੜਾ ਜਨੂਨ ਸੀਗਾ ਤੇ ਮੇਰੇ ਫਾਦਰ ਸਾਹਿਬ ਨੇ ਵੀ ਮੈਨੂੰ ਰੋਕਿਆ ਵੀ ਪੁੱਤ ਨਹੀਂ ਖੇਡਣਾ, ਤੇਰੀ ਸੱਟ ਫੇਟ ਲੱਗ ਜੂਗੀ। ਤਾਂ ਜਿਹੜਾ ਮੇਰਾ ਜਨੂਨ ਸੀਗਾ ਮੈਂ ਖੇਡਣਾ ਸਟਾਰਟ ਕੀਤਾ ਤੇ ਹੌਲੀ ਹੌਲੀ ਤੇ ਮੈਂ ਆਪਣੀ ਫੀਸ ਪੇ ਕਰਦਾ, ਪੜ੍ਹਦਾ ਤੇ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਬੈਂਕ ਮਾਰਦਾ ਸੀਗਾ। ਠੀਕ ਹੈ ਜੀ। ਤੇ ਮੈਨੂੰ ਮਾਸਟਰ ਕਹਿੰਦੇ ਹੁੰਦੇ ਸੀਗੇ ਵੀ ਦਲਜੀਤ ਤੇਰਾ ਕੁਛ ਨਹੀਂ ਬਣਨਾ ਹੈਗਾ, ਤੂੰ ਜ਼ਿੰਦਗੀ 'ਚ ਕਦੇ ਵੀ ਕੁਛ ਨਹੀਂ ਕਰ ਸਕਦਾ ਹੈਗਾ। ਠੀਕ ਹੈ ਜੀ। ਵੀ ਤੂੰ ਪੜ੍ਹ ਲਾ, ਤੇਰੀ ਪੜ੍ਹਨ ਦੀ ਉਮਰ ਹੈ ਇਹ। ਤੇ ਪੜ੍ਹਦਾ ਤੁਹਾਨੂੰ ਮੈਂ ਗੱਲ ਦੱਸਦਾ ਨਾ, ਚੰਗੇ ਕੱਪੜੇ ਪਾਉਣ ਸਭ ਦਾ ਡ੍ਰੀਮ ਹੈਗਾ ਜੀ, ਵਧੀਆ ਕੱਪੜੇ ਪਾਉਣ ਦਾ ਨਾ। ਸੋ ਮੇਰੇ ਕੋਲ ਇੱਕੋ ਹੀ ਪੈਂਟ ਹੁੰਦੀ ਸੀਗੀ, ਉਹ ਵੀ ਕਿਸੇ ਦੀ ਦਿੱਤੀ ਹੁੰਦੀ ਸੀਗੀ ਰਿਸ਼ਤੇਦਾਰ ਦੀ, ਉਹ ਪਾਈ ਹੁੰਦੀ ਹੈ ਨਾ। ਤੇ ਮੈਂ ਜਾਂਦਾ ਨਾ ਤੇ ਮੈਨੂੰ ਸਕੂਲ 'ਚ ਬਹੁਤ ਸਾਰੇ ਕਹਿੰਦੇ ਹਨ ਵੀ ਦਲਜੀਤ ਤੂੰ ਵੀ ਵਧੀਆ ਕੱਪੜੇ ਪਾ ਕੇ ਆਇਆ ਕਰ ਮਾੜੇ ਜਿਹੇ ਨਾ, ਹਨਾ। ਦੱਸੋ ਸਾਨੂੰ ਕਿਹੜਾ ਬ੍ਰਾਂਡਡ ਪਾਉਣਾ ਨਹੀਂ ਆਉਂਦਾ, ਪਰ ਮਜਬੂਰੀ ਸੀਗੀ। ਤੇ ਮੈਂ ਜਦੋਂ ਬਚਪਨ ਦੇ ਵਿੱਚ 2-2 ਜਾਂ 5-5 ਰੁਪਏ ਜਿਹੜਾ ਆਪਣੇ ਦਾਦਾ ਜੀ ਦਿੰਦੇ ਸੀ ਸਾਰਿਆਂ ਨੇ ਜੀ। ਤੇ ਮੈਨੂੰ ਵੀ ਮੇਰਾ ਦਾਦਾ ਕਿਤੇ 5 ਰੁਪਏ ਕਿਤੇ 2 ਰੁਪਏ, ਤਾਂ ਮੈਂ ਕੀ ਕਰਨਾ ਨਾ 5-5 2 ਰੁਪਏ ਨੂੰ ਜੋੜ ਰੱਖਣਾ ਨਾ। ਤੇ ਹੌਲੀ ਹੌਲੀ ਜਦੋਂ ਮਤਲਬ ਮੇਰੇ ਕੋਲ 90 ਰੁਪਏ ਜਾਂ 100 ਰੁਪਇਆ ਹੋ ਜਾਂਦਾ ਸੀਗਾ ਤਾਂ ਮੇਰੇ ਨਾਲ ਇੱਕ ਤਪਾ ਸ਼ਹਿਰ ਪੈਂਦਾ ਜੀ, ਤਾਂ ਮੈਂ ਉੱਥੇ ਜਾਣਾ ਤਾਂ ਮੈਂ ਕੀ ਕਰਨਾ ਉਹ 90 ਰੁਪਏ ਦੀ ਪੈਂਟ ਖਰੀਦਣ ਚਲਾ ਜਾਂਦਾ ਸੀਗਾ। ਠੀਕ ਹੈ ਜੀ। ਤੇ ਸਟਾਰਟਿੰਗ ਮੈਂ ਰੇਟ ਪੁੱਛਦਾ ਵੀ ਉਦੋਂ ਇੰਨੇ ਕੀ ਰੇਟ ਸੀਗਾ ਪੈਂਟ, ਵੀ ਉਹ ਕਹਿੰਦਾ ਵੀ 90 ਰੁਪਏ ਦੀ ਪੈਂਟ ਆ। ਤੇ ਮੈਂ ਠੀਕ ਹੈ ਜੀ। ਤੇ ਮੈਂ ਵੀ ਮੈਂ ਇਹਦੇ 70 ਰੁਪਏ ਦੇਣੇ ਨੇ। ਠੀਕ ਹੈ ਜੀ। ਉਹ ਕਹਿੰਦਾ ਨਹੀਂ ਵੀਰੇ ਤੂੰ ਅਗਲੀ ਦੁਕਾਨ ਤੇ ਚੱਲ ਜਾ। ਚਲੋ ਮੈਂ ਠੀਕ ਹੈ ਜੀ, ਨਹੀਂ ਬਣੀ ਗੱਲ ਆਪਾਂ ਅਗਲੀ ਦੁਕਾਨ ਤੇ ਹੋ ਗਏ ਨਾ। ਤੇ ਸ਼ੁਰੂ ਦੇ ਜਿਹੜਾ ਦਿਮਾਗ ਆ ਉਹ ਥੋੜਾ ਥੋੜਾ ਕੰਮ ਕਰਦਾ ਸੀਗਾ। ਮੈਂ ਅਗਲੀ ਦੁਕਾਨ ਤੇ ਗਿਆ, ਫਿਰ ਜਿਹੜਾ ਰੇਟ ਪੁੱਛਿਆ ਪੈਂਟ ਦਾ ਨਾ, ਤਾਂ ਉਹਨੇ ਵੀ ਬੋਲਦਾ ਵੀ 95 ਰੁਪਏ ਦੀ ਪੈਂਟ ਆ। ਮੈਂ ਕਿਹਾ ਵੀ ਮੈਂ ਤਾਂ ਜੀ 75 ਰੁਪਏ ਦਊਂਗਾ ਇਸ ਪੈਂਟ ਦੇ। ਠੀਕ ਹੈ ਜੀ। ਉਹ ਕਹਿੰਦਾ ਨਹੀਂ ਵੀ ਇਹਨੇ 'ਚ ਪੜਦਾ ਨਹੀਂ ਹੈਗਾ, ਤੂੰ ਅੱਗੇ ਹੋ ਜਾ। ਤਾਂ ਫਿਰ ਮੈਂ ਜਿਹੜਾ ਅੱਗੇ ਗਿਆ, ਫਿਰ ਮੈਂ ਨੈਕਸਟ ਦੁਕਾਨ ਤੇ ਗਿਆ ਤੇ ਉੱਥੋਂ ਪੁੱਛਿਆ, ਉਹਨੇ ਫਿਰ ਉਹੀ ਰੇਟ ਦਾ ਵੀ 95 ਰੁਪਏ ਦੀ ਆ। ਮੈਂ ਕਿਹਾ ਜੀ ਮੈਂ ਇਹਦੇ 80 ਰੁਪਏ ਦਊਂਗਾ। ਤਾਂ ਜਿਹੜੀ 80 ਰੁਪਏ ਦੀ ਪੈਂਟ ਜਿਹੜੀ ਮੇਰੀ ਉਹ ਡਨ ਹੋ ਗਈ ਸੀਗੀ। ਤੇ ਮੈਂ ਲੈ ਕੇ ਜਦੋਂ ਸਕੂਲ ਵਿੱਚ ਜਾਂਦਾ ਨਾ ਤਾਂ ਮੈਨੂੰ ਬਹੁਤ ਚਾਅ ਹੁੰਦਾ ਸੀਗਾ ਵੀ ਮੇਰੇ ਜਿਹੜੇ ਨਵੇਂ ਕੱਪੜੇ ਪਾਏ ਹੋਏ ਨੇ। ਠੀਕ ਹੈ ਜੀ। ਤੇ ਥੋੜਾ ਥੋੜਾ ਮੈਨੂੰ ਆਪਣਾ ਹੌਸਲਾ ਜ਼ਰੂਰ ਦੇਣਾ ਤੁਸੀਂ ਲੈਣਾ। ਤੇ ਫਿਰ ਬਹੁਤ ਗਰੀਬੀ ਦੇਖੀ ਆ। ਠੀਕ ਹੈ ਜੀ। ਤੇ ਲੋਕ ਬਹੁਤ ਕੁਝ ਕਹਿੰਦੇ ਸੀਗੇ ਨਾ। ਇੱਕ ਕਮਰਾ ਹੁੰਦਾ ਸੀਗਾ ਮੇਰੇ ਕੋਲੇ ਜਿਹਦੇ ਵਿੱਚ ਉੱਥੇ ਇੱਕ ਮੱਝ ਬੰਨੀ ਹੁੰਦੀ ਸੀਗੀ ਤੇ ਉੱਥੇ ਮੇਰਾ ਪਿਓ ਰਹਿੰਦਾ ਹੁੰਦਾ ਸੀਗਾ। ਸੋ ਬੜੀ ਦੁੱਖ ਦੀ ਗੱਲ, ਬੜੀ ਮੈਨੂੰ ਦੁੱਖ ਹੁੰਦਾ ਸੀਗਾ ਨਾ ਯਾਰ ਕਿ ਕਿੱਥੇ ਰੱਬ ਨੇ ਜਨਮ ਦਿੱਤਾ ਨਾ,
ਵੀ ਸ਼ਾਇਦ ਯਾਰ ਇੱਕ ਵਧੀਆ ਘਰ ਹੋਣਾ ਚਾਹੀਦਾ ਨਾ। ਤਾਂ ਜਿਹੜੀ ਮੇਰੀ ਮੰਮੀ ਸੀਗੀ ਉਹ ਪੱਲੀਆਂ ਪਾ ਕੇ ਨਹਾਉਂਦੀ ਹੁੰਦੀ ਸੀ ਉਸ ਟਾਈਮ। ਤੇ ਕੱਲੀ ਗੱਲ ਮੇਰੇ ਤੇ ਜਿਹੜੀ ਦਿਲ 'ਚ ਲੱਗਦੀ ਸੀਗੀ ਹੈ ਨਾ ਵੀ ਕੁਛ ਕਰਨਾ ਯਾਰ ਮਾਂ ਪਿਓ ਦੇ ਲਈ ਹੈ ਨਾ। ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਨਾ, ਤੇ ਮੈਂ ਬਹੁਤ ਕਬੱਡੀ ਦੇ ਵਿੱਚ ਜਿਹੜੀ ਮਿਹਨਤ ਕੀਤੀ ਆ, ਠੀਕ ਹੈ ਜੀ, ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਕਰਦੇ ਗਏ ਮਿਹਨਤ ਨੂੰ। ਤੇ ਕਬੱਡੀ ਦੇ ਵਿੱਚ ਮੈਂ ਬਹੁਤ ਜ਼ਿਆਦਾ ਨਾਂ ਕਮਾਇਆ ਹੈ ਨਾ। ਤੇ ਥੋੜੇ ਟਾਈਮ ਦੇ ਵਿੱਚ ਮੈਂ 2 3 4 ਸਾਲਾਂ ਦੇ ਵਿੱਚ ਆਪਣੀ ਫੈਮਿਲੀ ਦੇ ਲਈ ਵਧੀਆ ਜਿਹੜਾ ਘਰ ਉਹ ਮੈਂ ਪ੍ਰੋਡਿਊਸ ਕਰਤਾ ਸੀਗਾ ਕਬੱਡੀ ਦੇ ਵਿੱਚੋਂ ਮੈਂ ਮਿਹਨਤ ਕਰਕੇ। ਫੈਮਿਲੀ ਇੱਕ ਛੋਟਾ ਜਿਹਾ ਥੋੜੇ ਜਿਹੇ 2 ਕਮਰੇ ਪਾਤੇ ਸੀਗੇ, ਵਧੀਆ ਬਾਥਰੂਮ ਪਾਤਾ ਸੀਗਾ ਨਾ। ਕਬੱਡੀ 'ਚ ਮਿਹਨਤ ਕਰਕੇ ਦਿਨ ਰਾਤ ਭੁੱਖਾਂ ਕੱਟ ਕੇ ਦੇਹਾਂ ਕੱਟ ਕੇ ਮੇਰਾ ਜਿਹੜਾ weight ਉਹ ਬਹੁਤ ਜ਼ਿਆਦਾ ਵਾਧਾ ਹੁੰਦਾ ਸੀਗਾ। ਤੇ ਮੈਂ ਸਿਆਲਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਸੀਗੇ, ਮੈਂ ਸਿਆਲਾਂ ਦੇ ਵਿੱਚ ਤਕਰੀਬਨ ਭੁੱਖਾ ਰਹਿਣਾ ਹੁੰਦਾ ਸੀਗਾ, ਕਿਉਂਕਿ ਮੇਰੇ ਸੁਪਨੇ ਸੀਗੇ ਕੁਛ ਅੱਗ ਸੀਗੀ ਕੁਛ ਕਰਦੇ ਨਾ। ਕੁਛ ਲੋਕਾਂ ਦੇ ਵਿੱਚ ਅੱਗ ਨਹੀਂ ਹੁੰਦੀ ਸੀਗੀ, ਪਰ ਮੇਰੇ 'ਚ ਅੱਗ ਸੀਗੀ ਵੀ ਮੈਂ ਆਪਣੇ ਮਾਂ ਪਿਓ ਲਈ ਆਪਣੀ ਫੈਮਿਲੀ ਲਈ ਕੁਛ ਨਾ ਕੁਛ ਜ਼ਰੂਰ ਕਰਨਾ। ਠੀਕ ਹੈ ਜੀ। ਤੇ ਪਰਮਾਤਮਾ ਨੇ ਸਾਥ ਦਿੱਤਾ। ਮੈਂ ਉਹ ਲੈਵਲ ਤੇ ਕਬੱਡੀ ਦੇ ਵੀ ਲੋਕਾਂ ਦੇ ਘਰ ਇੰਨੇ ਭਾਂਡੇ ਨਹੀਂ ਹੋਣੇ ਜਿੰਨੇ ਮੇਰੇ ਘਰ ਅੱਜ ਟਰਾਫੀਆਂ ਪਈਆਂ ਨੇ ਕਬੱਡੀ ਵਾਲੀਆਂ। ਕਹਿੰਦੇ ਕੀਤੀ 1 ਸਾਲ ਮਿਹਨਤ, ਕੱਖਾਂ ਚੋਂ ਲੱਖਾਂ 'ਚ ਪੰਜਾਂ ਦਾ ਮੇਰੀ ਮਾਲਕਾ। ਪਹਿਲਾਂ ਕਬੱਡੀ 'ਚ ਵੀ ਅਸੀਂ ਬੱਲੇ ਬੱਲੇ ਕਰਾਈ ਆ, ਹੁਣ ਸਿਰਾ ਵੀ ਫਰਾਵਰ 'ਚ ਕਰਾਤਾ ਮੇਰੀ ਮਾਲਕਾ। ਸੋ ਬਹੁਤ ਵਧੀਆ ਅਚੀਵਮੈਂਟ ਜਿੱਤੀਆਂ, LCDਆਂ ਜਿੱਤੀਆਂ, ਬਾਂਸ ਮਸ਼ੀਨਾਂ ਜਿੱਤੀਆਂ, ਬਹੁਤ ਕੁਝ ਕਬੱਡੀ ਦੇ ਵਿੱਚ ਜਿੱਤਿਆ। ਮੇਰਾ ਸੀਗਾ ਕਿ ਮੇਰਾ ਫਿਊਚਰ ਹੋ ਕੀ ਹੈ, ਇੱਕ ਕਬੱਡੀ ਮੇਰਾ ਫਿਊਚਰ ਆ। ਠੀਕ ਹੈ ਜੀ। ਮੈਨੂੰ ਜਿਹੜੇ ਮੇਰੇ ਸਾਰੇ ਸੁਪਨੇ ਨਜ਼ਰ ਆ ਰਹੇ ਸੀਗੇ, ਸਾਰਾ ਜਿਹੜਾ ਫਿਊਚਰ ਆ ਮੈਨੂੰ ਉਹਦੇ ਵਿੱਚ ਨਜ਼ਰ ਆ ਰਿਹਾ ਸੀਗਾ। ਸੋ ਗੱਲ ਆ ਲੰਬੀ ਦੇ ਵਿੱਚ ਟੂਰਨਾਮੈਂਟ ਸੀਗਾ ਜੀ, ਤੇ ਸਾਡਾ ਸੈਮੀਫਾਈਨਲ ਮੈਚ ਸੀਗਾ। ਤੇ ਉਸ ਮੈਚ ਦਾ ਲਾਸਟ ਜੱਫਾ ਸੀਗਾ 51000 ਦਾ ਜੱਫਾ ਸੀਗਾ, ਲਾਸਟ ਰੇਡ ਤੇ ਜਿੱਤ ਹਾਰ ਸੀਗੀ। ਠੀਕ ਹੈ ਜੀ। ਤੇ ਜਿਹੜਾ ਲਾਸਟ ਰੇਡ ਤੇ ਮੈਂ ਜਿਹੜਾ ਉਹ ਪਰਸੋਂ ਨੂੰ ਜੱਫਾ ਲਾਇਆ, ਤਾਂ ਉਹਦਾ ਜਿਹੜਾ weight 1 ਕੁਆਂਟਲ ਸੀਗਾ ਉਹਨੇ ਗਲਤੀ ਮੇਰੇ ਦੋਨੇ ਗੋਡੇ ਧਰ ਕੇ ਮੇਰੇ ਜਿਹੜੀਆਂ ਪਸਲੀਆਂ ਰੋਕਤੀਆਂ ਸੀਗੀਆਂ। ਠੀਕ ਹੈ ਜੀ। ਤੇ ਮੈਂ ਘਰੇ ਬਹਿ ਗਿਆ ਨਾ, ਤੇ ਮੈਨੂੰ ਕਹਿੰਦੇ ਕੀ ਹੋਇਆ, ਮੈਂ ਕੁਛ ਨਹੀਂ ਹੋਇਆ। ਕਹਿੰਦੇ ਤੱਤੇਗਾ ਕੋਈ ਚੀਜ਼ ਦਾ ਪਤਾ ਨਹੀਂ ਲੱਗਦਾ ਹੈਗਾ। ਤੇ ਇਸ ਤੋਂ ਬਾਅਦ ਕੀ ਹੋਇਆ, ਨੈਕਸਟ ਮੈਨੂੰ ਪੈਸੇ ਮਿਲੇ ਉੱਥੇ ਨਾ, ਜੋ ਵੀ ਮੇਰਾ ਹਿੱਸਾ ਬਣਦਾ ਸੀਗਾ ਨਾ ਮੈਨੂੰ ਦਿੱਤਾ। ਤੇ ਨੈਕਸਟ ਜਦੋਂ ਮੈਂ ਅਗਲੇ ਦਿਨ ਟੂਰਨਾਮੈਂਟ ਤੇ ਗਿਆ, ਮੇਰੇ ਨਾਲ ਸੰਧੂ ਵਾਲਾ ਪਿੰਡ ਟੂਰਨਾਮੈਂਟ ਸੀਗਾ, ਤੇ ਉੱਥੇ ਮੈਨੂੰ ਲਿਜਾਇਆ ਗਿਆ। ਠੀਕ ਹੈ ਜੀ। ਤੇ ਮੇਰੇ ਤੇ ਜੇਪੀ ਬਣਾਈ, ਮੈਨੂੰ ਕਹਿੰਦੇ ਚੈਨ ਖੜੇਗਾ, ਮੈਂ ਖੜ ਨਹੀਂ ਸਕਦਾ ਹੈਗਾ ਕਿਉਂਕਿ ਮੇਰੀ ਇਹ ਪਸਲੀਆਂ ਉਹ ਮਤਲਬ ਥੱਲੇ ਬਹਿ ਗਈਆਂ ਸੀਗੀਆਂ, ਟੁੱਟ ਗਈਆਂ ਸੀਗੀਆਂ। ਠੀਕ ਹੈ ਜੀ। ਤੇ ਜਿਹੜਾ ਇਸ ਤੋਂ ਨੈਕਸਟ ਅਗਲਾ ਦਿਨ ਹੋਇਆ ਸੀਗਾ ਨਾ ਮੇਰੇ ਘਰੇ ਗੱਡੀ ਆਈ ਸੀਗੀ, ਨਾ ਘਰੇ ਮੈਨੂੰ ਕੋਈ ਪੁੱਛਣ ਆਇਆ ਸੀਗਾ। 2 ਮਹੀਨੇ ਸੇ ਦਲਜੀਤ ਰਾਮ ਨੂੰ ਕਿਸੇ ਨੇ ਕਾਲ ਨਹੀਂ ਕੀਤੀ ਸੀਗੀ ਵੀ ਦਲਜੀਤ ਰਾਮ ਤੇਰਾ ਕੀ ਹਾਲ ਚਾਲ ਆ। ਤੇ ਦਲਜੀਤ ਰਾਮ ਫੇਰ ਤੋਂ ਟੁੱਟ ਗਿਆ ਸੀਗਾ। ਠੀਕ ਹੈ ਜੀ। ਫੇਰ ਤੋਂ ਰੱਬ ਨੇ ਮਤਲਬ ਜਿਹੜੇ ਸਾਰੇ ਸੁਪਨੇ ਜਿਹੜੇ ਟੁੱਟ ਗਏ ਸੀਗੇ ਵੀ ਯਾਰ ਇੰਨੀ ਮਿਹਨਤ ਕੀਤੀ, ਇੰਨਾ ਨਾ ਕੀਤਾ। ਮੈਨੂੰ ਮੋਟਰਸਾਈਕਲ ਦੇਣਾ ਸੀਗਾ, ਬੋਲਟ ਮੋਟਰਸਾਈਕਲ। ਠੀਕ ਹੈ ਜੀ। ਤੇ ਸਾਰਾ ਕਹਿੰਦੇ ਬੋਲਟ ਮੋਟਰਸਾਈਕਲ ਕੀ ਦੇਣਾ, ਵੀ ਹਾਲ ਵੀ ਨਹੀਂ ਪੁੱਛਿਆ ਵੀ ਦਲਜੀਤ ਤੂੰ ਠੀਕ ਆ ਕਿ ਨਹੀਂ ਠੀਕ ਹੋ ਗਿਆ। ਤੇ ਮੈਂ 2 ਸਾਲ ਜਿਹੜੀ ਮਿਹਨਤ ਕੀਤੀ ਘਰੇ, ਸੌਰੀ 2 ਮਹੀਨੇ ਘਰੇ ਬੈਠਾ ਰਿਹਾ, ਤੇ ਹੌਲੀ ਹੌਲੀ ਵੀ ਪਸਲੀਆਂ ਠੀਕ ਹੋਊਗਾ। ਤੇ ਉਸ ਪਰਮਾਤਮਾ ਨੂੰ ਲੈ ਕੇ ਪਹਿਲਾ ਟੂਰਨਾਮੈਂਟ ਹੀ ਖੇਡਿਆ, ਉਸ ਬਾਬੇ ਨਾਨਕ ਦੀ ਕਿਰਪਾ ਨਾਲ ਪਹਿਲਾ ਟੂਰਨਾਮੈਂਟ ਤੋਂ ਆਪਾਂ ਬੈਠ ਜਾਫੀ ਨਿਕਲ ਗਏ ਸੀ। ਠੀਕ ਹੈ ਜੀ। ਬਸ ਸ਼ਾਇਦ ਉਹ ਜ਼ਿੰਦਗੀ ਦਾ ਇੱਕ ਟਰਨ ਪੁਆਇੰਟ ਸੀਗਾ। ਠੀਕ ਹੈ ਜੀ। ਉਹ ਸਾਲ ਖੇਡਾਂ ਦੇ ਇਸ ਬਾਅਦ ਜਿਹੜਾ ਸਰੀਰ ਆ ਤੇ ਇੱਕ ਪ੍ਰੋਬਲਮ ਆ ਗਈ ਮੇਰੀ, ਜਿਹੜੀ ਲੱਤਾਂ ਦੇ ਵਿੱਚੋਂ ਇੱਕ ਪ੍ਰੋਟੀਨ ਖਾਣ ਦੇ ਨਾਲ ਮੇਰੀ ਲੱਤਾਂ ਜਿਹੜਾ ਸਾਈਡ ਇਫੈਕਟ ਹੋ ਗਿਆ। ਮੈਂ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਤੁਰ ਨਹੀਂ ਸਕਦਾ ਸੀਗਾ। ਤਾਂ ਜਿਹੜੀ ਮੇਰੀ ਜਿੰਨੀ ਗੇਮ ਸੀਗੀ ਸਾਰੀ ਚੌਪਟ ਹੋ ਗਈ। ਜਿਹਦਾ ਨਾਂ ਚੱਲਦਾ ਹੁੰਦਾ ਸੀ ਮੈਦਾਨਾਂ ਦੇ ਵਿੱਚ ਦਲਜੀਤ ਰਾਮ ਹਾਂਡਾ ਆ ਗਿਆ ਨਾ, ਤੇ ਬਹੁਤ ਸਾਰੇ ਸ਼ਾਇਦ ਇਸ ਹਾਲ ਦੇ ਵਿੱਚ ਆਪਾਂ ਨੂੰ ਜਾਣਦੇ ਵੀ ਹੋਣਗੇ। ਤਾਂ ਜਿਹੜਾ ਦਲਜੀਤ ਰਾਮ ਉਹ ਜਾਂਦਾ ਸੀਗਾ ਹਾਰ ਕੇ ਬਾਹਰ ਆ ਜਾਂਦਾ ਸੀਗਾ। ਠੀਕ ਹੈ ਜੀ। ਜਿਹੜੇ ਨਾਲ ਮਾੜੇ ਪਲੇਅਰ ਸੀ ਉਹ ਅੱਗੇ ਵੱਧ ਗਏ, ਮੈਂ ਬਿਲਕੁਲ ਟੁੱਟ ਗਿਆ। ਠੀਕ ਹੈ ਜੀ। ਉਮਰ ਵੀ ਮੇਰੀ ਖੇਡਦੇ ਦੀ 26 ਸਾਲ ਦੀ ਜਿਹੜੀ ਮੇਰੀ ਏਜ ਹੋ ਚੁੱਕੀ ਸੀਗੀ, 25 26 ਸਾਲ ਦੀ। ਤੇ ਜਿਹੜੇ ਸਾਰੇ ਸੁਪਨੇ ਸਾਰੇ ਡ੍ਰੀਮ ਮੇਰੇ ਟੁੱਟ ਗਏ। ਇਸ ਤੋਂ ਬਾਅਦ ਮੈਂ ਸਾਲ 2 ਸਾਲ ਮਿਹਨਤ ਕੀਤੀ, ਪਰ ਮੈਂ ਜਿਸ ਲੈਵਲ ਤੇ ਸੀਗਾ ਉਸ ਦੁਬਾਰਾ ਮੈਂ ਉਸ ਲੈਵਲ ਤੇ ਕਬੱਡੀ ਦੇ ਵਿੱਚੋਂ ਨਹੀਂ ਪਹੁੰਚ ਸਕਿਆ। ਠੀਕ ਹੈ ਜੀ। ਤੇ ਟੁੱਟ ਗਿਆ, ਬਹੁਤ ਮਿਹਨਤ ਕੀਤੀ। ਹੀਰੋ ਤੋਂ ਕੀ ਹੋ ਗਿਆ ਜੀ, 0 ਤੋਂ ਆ ਗਿਆ ਦੋਸਤੋ। ਜਿਹੜਾ ਮਤਲਬ ਉੱਪਰ ਤੋਂ ਆ ਕੇ ਥੱਲੇ ਡਿੱਗਦਾ ਨਾ, ਉਹਦੇ ਦਿਲ ਦੀ ਫੀਲਿੰਗ ਉਹੀ ਜਾਣ ਸਕਦਾ ਜਿਹੜਾ ਉੱਪਰੋਂ ਆ ਕੇ ਥੱਲੇ ਆਇਆ। ਠੀਕ ਹੈ ਜੀ।
ਤੇ ਨੈਕਸਟ ਮੈਂ ਫੇਸਬੁੱਕ ਤੇ ਇਹ ਪਾਈ ਸੀ ਸ਼ਾਇਦ 2016 ਦੀ ਹੋਣੀ ਆ ਵੀ ਕਾਹਤੋਂ ਆਈਆਂ ਗਰੀਬ ਤੇ ਜਵਾਨੇ ਦੀ ਫਿਕਰਾਂ 'ਚ ਮੁੱਕ ਜਾਵੇਗੀ। ਤੇ ਸਿਸਟਰ ਦਾ ਵਿਆਹ ਕੀਤਾ ਤੇ ਕਰਦੇ ਕਰਾਉਂਦੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਵੀ ਪੁੱਤ ਕਹਿੰਦਾ ਬਾਣੀ ਤੋਂ ਪੈਸੇ ਮੰਗ ਕੇ ਲੈ ਕੇ ਆ ਵੀ ਤੈਨੂੰ ਪੈਸੇ ਆਪਾਂ ਨੂੰ ਪੈਸੇ ਚਾਹੀਦੇ ਦੇ ਬਾਣੀ ਤੋਂ ਹਨਾ। ਤਾਂ ਦੋਸਤੋ ਜਦੋਂ ਮੈਂ ਬਾਣੀ ਕੋਲ ਗਿਆ ਹਨਾ ਤਾਂ ਉਹਨੇ ਮੈਨੂੰ ਸਵਾਲ ਕੀਤਾ ਵੀ ਤੂੰ ਕੌਣ ਆ ਕਿੱਦਾਂ ਹਨਾ। ਤੇ ਜਦੋਂ ਮੈਂ ਤੇ ਬਹੀ ਦੇਖੀ ਨਾ ਜਦੋਂ ਮੇਰੇ ਬਾਪੂ ਨੂੰ ਮੈਂ ਬੂਠੇ ਥਾਂ ਲੱਗੇ ਦੇਖਣਾ ਕਿਉਂਕਿ ਮੈਨੂੰ ਸੰਗ ਲੱਗਦੀ ਸੀਗੀ ਨਾ ਮੈਂ ਬਾਪੂ ਨੂੰ ਇਹ ਨਹੀਂ ਕਹਿ ਸਕਿਆ ਵੀ ਮੈਨੂੰ ਗੱਲ ਮੈਂ ਮਾਂ ਨੂੰ ਕਿਹਾ ਵੀ ਮੈਂ ਤੂੰ ਆਪ ਡੈਡੀ ਮੰਗ ਕੇ ਵੀ ਮੈਨੂੰ ਕਾਹਤੋਂ ਤੋੜਦਾ ਕਰ ਠੀਕ ਹੈ। ਮੈਨੂੰ ਬਹੁਤ ਬੈਡ ਫੀਲ ਹੋਇਆ ਕਿਸੇ ਤੋਂ ਪੈਸੇ ਅਦਾਰੇ ਮੰਗਣੇ ਮੈਨੂੰ ਚੰਗੀ ਜੀ ਨਹੀਂ ਲੱਗੀ ਵੀ ਮੈਂ ਕਿਸੇ ਤੋਂ ਪੈਸੇ ਮੰਗਾ ਠੀਕ ਹੈ ਜੀ। ਜਦੋਂ ਮੈਂ ਉਸ ਬਹੀ ਦੇ ਉੱਤੇ ਆਪਦੇ ਫਾਦਰ ਸਾਹਿਬ ਦੇ ਥਾਂ ਦੇ ਬੂਠੇ ਲੱਗੇ ਦੇਖੇ ਥੱਲੇ 9 ਲੱਖ ਰੁਪਏ ਲਿਖਿਆ ਸੀਗਾ ਜਿਹੜਾ ਮੇਰੇ ਫਾਦਰ ਸਾਹਿਬ ਤੇ ਕਰਜ਼ਾ ਸੀਗਾ ਠੀਕ ਹੈ ਜੀ। ਮੇਰੇ ਫਾਦਰ ਸਾਹਿਬ ਨੇ ਇੱਕ ਵਾਰੀ ਨਹੀਂ ਦੱਸਿਆ ਸੀਗਾ ਵੀ ਪੁੱਤ ਮੇਰੇ ਤੇ ਇੰਨਾ ਕਰਜ਼ਾ ਆ ਚੁੱਕਿਆ ਗਾ ਤਾਂ ਬੜਾ ਦੁੱਖ ਹੋਇਆ ਵੀ ਕੀ ਕਰੀਏ ਜ਼ਿੰਦਗੀ ਦਾ ਇਹਦਾ ਵੀ ਫਿਊਚਰ ਉਹ ਖਤਮ ਹੋ ਚੁੱਕੀ ਹੈ ਸ਼ਾਇਦ ਜ਼ਿੰਦਗੀ ਵੀ ਸ਼ਾਇਦ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਬਣਨਾ। ਉਸ ਟਾਈਮ ਮੇਰੀ ਜਿਹੜੀ ਉਮਰ ਉਹ 27 ਸਾਲ ਤੇ ਪਹੁੰਚ ਚੁੱਕੀ ਸੀਗੀ ਬਸ 27 ਸਾਲ ਦੀ ਇੰਦਾ ਹੋ ਗਿਆ ਸੀਗਾ। ਸਾਰੇ ਜਿਹੜੇ ਰਾਸਤੇ ਆ ਉਹ ਬੰਦ ਹੋ ਗਏ ਸੀਗੇ ਵੀ ਸ਼ਾਇਦ ਹੁਣ ਖਤਮ ਹੋ ਗਿਆ ਸਾਰਾ ਕੁਝ ਠੀਕ ਹੈ ਜੀ। ਸ਼ਾਇਦ ਮੈਨੂੰ ਲੱਗਿਆ ਵੀ ਮੈਂ ਕਿਤੇ ਮੈਂ ਸ਼ਾਇਦ ਹੋਰ ਮਿਹਨਤ ਕਰ ਲੈਂਦਾ ਜਾਂ ਸ਼ਾਇਦ ਕੋਈ ਕੰਮ ਸਿੱਖ ਲੈਂਦਾ ਸ਼ਾਇਦ ਮੇਰਾ ਜਿਹੜਾ ਫਿਊਚਰ ਸ਼ਾਇਦ ਵਧੀਆ ਹੁੰਦਾ ਸੀਗਾ ਨਾ ਕਿਉਂਕਿ ਮੈਂ ਕਬੱਡੀ 'ਚ ਸ਼ਾਇਦ ਮੈਂ ਟਾਈਮ ਖਰਾਬ ਕਰਤਾ ਠੀਕ ਹੈ। ਪਰ ਅੱਜ ਮੈਂ ਕੀ ਹੋ ਗਿਆ ਜ਼ੀਰੋ ਹੋ ਗਿਆ ਵੀ ਜਿੰਨੀ ਮੇਰੀ 16-17 ਸਾਲ ਦੀ ਜਿਹੜੀ ਮਿਹਨਤ ਸੀਗੀ ਉਹ ਇੱਕ ਦਿਨ 'ਚ ਕੀ ਹੋ ਗਈ ਜੀ ਸਾਰੀ ਜ਼ੀਰੋ ਹੋ ਗਈ ਠੀਕ ਹੈ ਜੀ। ਤੇ ਬਿਲਕੁਲ ਮੈਂ ਟੁੱਟ ਗਿਆ ਸੀਗਾ ਉਸ ਤੋਂ। ਤੇ ਫਿਰ ਇੱਕ ਕਾਲ ਆਉਂਦੀ ਆ ਠੀਕ ਹੈ ਕਬੱਡੀ ਮੈਂ ਛੱਡਤੀ ਸੀਗੀ ਵੀ ਮੈਂ ਕਬੱਡੀ ਨਹੀਂ ਖੇਡਣੀ ਹੈਗੀ ਤਾਂ ਇੱਕ ਮੇਰੇ ਗੁਰਤੇਜ ਉਸਤਾਦ ਦੀ ਜ਼ੋਰਦਾਰ ਕਲੈਪਿੰਗ ਕਰ ਦਿਓ ਜੀ ਜਿਹਨੇ ਮੈਨੂੰ ਬਹੁਤ ਸਾਥ ਦਿੱਤਾ। ਮਤਲਬ ਬਹੁਤ ਯੋਗਦਾਨ ਹੈ ਜਿਹਨੇ ਮੈਨੂੰ ਜ਼ਿੰਦਗੀ ਚੋਂ ਪ੍ਰੈਕਟੀਕਲ ਕੀਤਾ ਨਾ ਸ਼ਾਇਦ ਜਿਹਨੇ ਮੈਨੂੰ ਕਬੱਡੀ ਚੋਂ ਕੱਢਿਆ ਵੀ ਦਲਜੀਤ ਹੁਣ ਤੂੰ ਉੱਥੇ ਟਾਈਮ ਨਾ ਖਰਾਬ ਕਰ ਕਿਉਂਕਿ ਗਰੀਬ ਫੈਮਿਲੀ ਚੋਂ ਬਿਲੋਂਗ ਕਰਦਾ ਨਾ ਤੂੰ ਮੈਨੂੰ ਮੈਰਿਜ ਕਰਾਉਣੀ ਆਪਣੇ ਮਾਪਾ ਦੇ ਜਿਹੜੇ ਖਰਚੇ ਆ ਉਹ ਚੀਜ਼ਾਂ ਕਰ ਰਹੀਆਂ ਠੀਕ ਹੈ ਜੀ। ਤਾਂ ਉਸ ਬੰਦੇ ਨੇ ਤੇ ਇਕੱਲੀ ਜਿਨ੍ਹਾਂ ਦੀ ਮਤਲਬ ਕਾਲ ਕੀਤੀ ਸੀ ਮੇਰੇ ਅਪਲਾਈਨ ਜੱਗੀ ਸਾਹਿਬ ਲਈ ਸਾਰੇ ਜਣ ਜ਼ੋਰਦਾਰ ਕਲੈਪਿੰਗ ਕਰ ਦਿਓ ਜੀ। ਜਦੋਂ ਮੈਂ ਸੁਪਨੇ ਲੈ ਕੇ ਤੁਰ ਪਿਆ ਨਾ ਵੀ ਚਲੋ ਠੀਕ ਆ ਚੱਲਦੇ ਆ ਜੀ ਤੇ ਵੀ ਚੰਡੀਗੜ੍ਹ ਪਹੁੰਚਦੇ ਦੇਖਦੇ ਵੀ ਕਿੱਦਾਂ ਦਾ ਕੋਈ ਕੰਮ ਆ ਨਾ ਤਾਂ ਸੇਮ ਮੇਰੀ ਜੱਗੀ ਸਾਹਿਬ ਨੂੰ ਲੈ ਕੇ ਗਏ ਆਪਣੇ ਮਹਾਲੀ 65 ਸੈਕਟਰ ਚੋਂ ਤੇ ਮੇਰੀ ਪ੍ਰੈਜੈਂਟੇਸ਼ਨ ਹੋਈ ਨਾ ਜਿੱਦਾਂ ਤੁਹਾਨੂੰ ਸਾਰਾ ਕੰਮ ਸਮਝ ਆ ਗਿਆ ਤੇ ਮੈਨੂੰ ਸਾਰੇ ਦਾ ਸਾਰਾ ਕੰਮ ਇਹ ਮਤਲਬ ਸਮਝ ਆ ਗਿਆ। ਉੱਤੇ ਇੱਕ ਆਉਂਦੀ ਹੈ ਨਾ ਸਲਾਈਡ ਵੀ 60,000 50,000 ਕਿਹੜੀ ਗੱਡੀ ਅੱਜ ਮਹਾਲੀ ਆ ਜਾਊਗੀ ਉਹ ਕਹਿੰਦਾ ਵੀ ਬਾਹਰ ਨਾ ਆ ਜਾਊਗੀ ਮੈਂ ਨਾ ਕਿਉਂਕਿ ਮੇਰੀ ਸੋਚ ਕਿੱਥੇ ਤੱਕ ਸੀਗੀ ਮਰੂਤੀ ਗੱਡੀ ਤੱਕ ਸੋਚ ਗਈ ਵੀ 25-30,000 ਦੀ ਮਰੂਤੀ ਲੈ ਲਈ ਤਾਂ ਫਿਰ ਮੈਂ ਇਸ ਤੋਂ ਬਾਅਦ ਬੋਲਿਆ ਨਹੀਂ ਹੈਗਾ ਬਸ ਪ੍ਰੈਜੈਂਟੇਸ਼ਨ ਨੂੰ ਚੰਗੀ ਤਰ੍ਹਾਂ ਸਮਝਿਆ ਠੀਕ ਹੈ ਜੀ। ਤੇ ਮੈਂ ਥੱਲੇ ਆਇਆ ਤੇ ਮੈਨੂੰ ਇੱਕ ਸੀਨੀਅਰ ਅਨਮੋਲ ਸਾਹਿਬ ਦੇ ਨਾਲ ਜਿਹੜਾ ਮਿਲਾਇਆ ਗਿਆ ਤੇ ਉਹਨਾਂ ਨੂੰ ਦੱਸਿਆ ਮਤਲਬ ਗੱਲਾਂ ਸੁਣੀਆਂ ਜਿਹੜੀਆਂ ਮਤਲਬ ਸੋਚਿਆ ਵੀ ਲੱਖ ਰੁਪਏ ਕਹਿੰਦੇ ਮਹੀਨੇ ਦਾ ਕਮਾ ਰਹੇ ਹਨ ਤਾਂ ਮੇਰੇ ਮਨ ਵਿੱਚ ਕੋਈ ਮਾਈਂਡ 'ਚ ਚੀਜ਼ ਆਈ ਵੀ ਦਲਜੀਤ ਨਾਲ ਤੂੰ ਲੱਖਾਂ ਤੱਕ ਨਹੀਂ ਪਹੁੰਚਦਾ ਸ਼ਾਇਦ ਦੀ ਕਿਸਮਤ ਚੰਗੀ ਆ ਜਿਹੜਾ ਇਹ ਪਰਸਨ ਲੱਖਾਂ ਰੁਪਇਆ ਕਮਾ ਗਿਆ। ਤੇ ਸ਼ਾਮ ਦਾ ਟਾਈਮ ਹੋਇਆ ਜੀ ਤੇ ਫਾਦਰ ਸਾਹਿਬ ਦਾ ਫੋਨ ਆਉਂਦਾ ਜੀ ਸਾਰਿਆਂ ਨੂੰ ਯੈਸ ਸਰ ਤੇ ਫਾਦਰ ਸਾਹਿਬ ਦੀ ਕਾਲਿੰਗ ਸਲਾਈਡ ਦੀ ਹੋਈ ਤੇ ਮੇਰੀ ਲਾਈਫ ਦੇ ਵਿੱਚ ਐਂਟਰ ਹੋਈ ਫੋਰਐਵਰ ਲਿਵਿੰਗ ਪ੍ਰੋਡਕਟਸ ਟੁੱਟ ਚੁੱਕਿਆ ਸੀਗਾ ਹਾਲਾਤ ਟੁੱਟ ਚੁੱਕੇ ਸੀਗੇ ਤੇ ਵੰਡਰਫੁਲ ਜਿਹੜਾ ਕਨਸੈਪਟ ਮੈਨੂੰ ਸਮਝ ਆਇਆ ਫੋਰਐਵਰ ਲਿਵਿੰਗ ਦਾ। ਤੇ ਸ਼ਾਮ ਨੂੰ ਮੇਰੇ ਫਾਦਰ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਪੁੱਤ ਚੰਡੀਗੜ੍ਹ ਪਹੁੰਚ ਗਿਆ ਤੂੰ ਮੈਂ ਹਾਂਜੀ ਡੈਡੀ ਪਹੁੰਚ ਗਿਆ ਕਹਿੰਦਾ ਕਹੇ ਜਿਹਾ ਕੰਮ ਆ ਵੀ ਇਦਾਂ ਦਾ ਕੰਮ ਆ ਫਾਦਰ ਸਾਹਿਬ 25 ਰੁਪਏ ਲੱਗਦੇ ਆ ਲੱਖ ਰੁਪਏ ਮਹੀਨੇ ਦਾ ਆਉਂਦਾ ਇੱਥੇ ਤਾਂ ਮੇਰਾ ਸਾਹਿਬ ਕਹਿੰਦਾ ਪੁੱਤ ਚੰਡੀਗੜ੍ਹ ਕੋ ਖਾ ਖੂਦਾ ਨਹੀਂ ਗਿਆ ਕਹਿੰਦਾ ਤੂੰ ਜਾ ਕੇ ਕਿਤੇ ਕਿੱਦਾਂ ਗੱਲਾਂ ਕਿਹੜੀਆਂ ਕਰਦਾ ਲੱਖ ਰੁਪਏ ਵਾਲੀਆਂ ਠੀਕ ਹੈ ਜੀ। ਨੈਕਸਟ ਹੀ ਕਾਲ ਮੇਰੇ ਮਾਮਾ ਜੀ ਦੇ ਲੜਕੇ ਦੀ ਆਉਂਦੀਆਂ ਉਹਨੇ ਦੱਸਿਆ ਮੈਂ ਵੀ ਆ ਕਰਕੇ ਇੱਥੇ ਲੱਖ ਰੁਪਏ ਆਉਂਦਾ ਮਹੀਨੇ ਦਾ ਉਹ ਕਹਿੰਦਾ ਜੀ ਇਹ ਕੰਮ ਨਹੀਂ ਚੱਲਦੇ ਹੁੰਦੇ ਵੀ ਕਹਿੰਦਾ ਇਹ ਕੰਪਨੀਆਂ ਵੀ ਹੁੰਦੀਆਂ ਤੇ ਇਹਦੇ ਵਿੱਚ ਪੈਸੇ ਪੂਸੇ ਨਾ ਖਰਾਬ ਕਰ ਮੈਂ ਠੀਕ ਹੈ ਜੀ। ਪਰ ਮੈਂ ਜਾਣ ਲੱਗਿਆ ਸੀਗਾ ਮੈਂ ਕਿਹਾ ਚੱਲਦੇ ਆ ਯਾਰ ਇਹ ਤਾਂ ਐਵੇਂ ਕੰਮ ਘੁੰਮਣੇ ਠੀਕ ਹੈ ਜੀ। ਮੈਂ ਹੁਣ ਕਹਿੰਦਾ ਇਹ ਕੰਮ ਨਹੀਂ ਚੱਲਦੇ ਹੈਗੇ ਤਾਂ ਇੱਕ ਮੇਰਾ ਫਰਿਸ਼ਤਾ ਫੇਰ ਮੇਰੀ ਜ਼ਿੰਦਗੀ ਵਿੱਚ ਆ ਸ਼ਾਇਦ ਉਹ ਪਰਮਾਤਮਾ ਹੋਣਾ ਮੇਰੇ ਲਈ ਤਾਂ ਇੱਕ ਬਜ਼ੁਰਗ ਬੰਦੇ ਬੈਠੇ ਕਹਿੰਦਾ ਪੁੱਤ ਵੀ ਤੂੰ ਟੈਨਸ਼ਨ ਕਾਹਦੀ ਨਹੀਂ ਬੇਟਾ ਕੀ ਗੱਲ ਹੋ ਗਈ ਮਾਂ ਜੀ ਕੋਈ ਟੈਨਸ਼ਨ ਨਹੀਂ ਹੈਗੀ ਕਹਿੰਦਾ ਦੱਸ ਬੇਟਾ ਕੀ ਹੋਇਆ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਇਹ ਜਗ੍ਹਾ ਕਿ ਮੇਰੇ ਮਾਮੇ ਦੇ ਮੁੰਡੇ ਦੀ ਕਾਲ ਆਈ ਸੀਗੀ
ਵੀ ਮੈਨੂੰ ਆਹ ਉਹਨੇ ਗੱਲਾਂ ਕੀਤੀ। ਤਾਂ ਪਰਸੋਂ ਮੈਨੂੰ 2 ਸਵਾਲ ਕੀਤੇ, ਸਿਰਫ 2 ਗੱਲਾਂ ਦੱਸੀਆਂ। ਕਹਿੰਦਾ ਪੁੱਤ ਮੈਨੂੰ ਇਹ ਗੱਲ ਦੱਸ ਵੀ ਤੇਰੇ ਤੋਂ ਇੱਥੇ ਕਿਸੇ ਨੇ ਪੈਸਾ ਮੰਗਿਆਗਾ? ਤੇ ਭਾਜੀ ਮੰਗਿਆ ਪੈਸਾ ਤੁਹਾਡੇ ਕੋਲ ਕਿਸੇ ਤੋਂ ਵੀ ਇੱਥੇ? ਮਹਾ ਨਹੀਂ ਜੀ, ਪੈਸਾ ਤਾਂ ਮੰਗੀ। ਕਲੀਅਰ ਹੋ ਗਿਆ ਸਵਾਲ। ਤੇ ਦੂਜਾ ਮੈਂ ਸਵਾਲ ਕੀਤਾ, ਕਹਿੰਦਾ ਪੁੱਤ ਸਿਰਫ ਮੇਰੇ ਕਰਕੇ ਇਸ ਕੰਮ ਨੂੰ ਤੂੰ ਦੱਸ ਦੇਣਾ, ਸਮਝ ਲਾ, ਠੀਕ ਹੈ ਜੀ, 10 ਦਿਨਾਂ ਬਾਅਦ ਹੋ ਸਕੇ ਤੇਰੀ ਜ਼ਿੰਦਗੀ ਜਿਹੜੀ ਉਹ ਚੇਂਜ ਆ ਸਕਦੀ ਹੈ, ਠੀਕ ਹੈ ਜੀ। ਉਸ ਤੇ ਗੱਲ ਮੰਨੀ, ਮੈਂ ਕਾਬਲ ਪਾਉਣ ਦਾ ਦਿਨ ਸਮਝਿਆ, ਠੀਕ ਹੈ ਜੀ। ਤੇ ਚੰਡੀਗੜ੍ਹ ਵਿੱਚ ਸਟਾਰਟਿੰਗ ਕਰਤੀ, ਤੁਸੀਂ ਦੇਖ ਸਕਦੇ ਹੋ ਹਾਲਾਤ 2017 ਦੇ, ਠੀਕ ਹੈ ਜੀ। ਮੈਂ 2017 ਦੇ ਵਿੱਚ ਚੰਡੀਗੜ੍ਹ ਵਿੱਚ ਪਹੁੰਚਿਆ ਸੀਗਾ ਤੇ ਉੱਥੇ ਟ੍ਰੇਨਿੰਗ ਨੂੰ ਜਿਹੜਾ ਅਟੈਂਡ ਕਰਨਾ ਸਟਾਰਟ ਕਰਤਾ ਜੀ। ਤੇ ਆਪਣਾ ਜੱਗੀ ਜੀ, ਜਿੰਨੇ ਵੀ ਤੁਸੀਂ ਸਲਾਈਡ ਦੇਖ ਰਹੇ ਹੋ, ਇਸ ਸਾਰੇ ਬੰਦੇ ਦੇ ਮੈਨੇਜਰ ਨੇ ਇੱਥੇ, ਠੀਕ ਹੈ ਜੀ। ਤੇ ਨੈਕਸਟ ਮੇਰਾ ਜਿਹੜਾ ਇੱਥੇ ਲੈਵਲ ਕੀਤਾ, ਮੈਂ ਆਪਣਾ ਇਸ ਲੈਵਲ ਨੂੰ ਕਲੀਅਰ ਕਰਤਾ, ਠੀਕ ਹੈ ਜੀ। ਤੇ ਇਸ ਲੈਬ ਵੀ ਤੁਸੀਂ ਦੇਖ ਸਕਦੇ ਹੋ ਵੀ ਲੈਬ ਜੀ ਕਿੱਦਾਂ ਦੀ ਲੈਬ ਸੀਗੀ, ਠੀਕ ਹੈ ਜੀ। ਤਾਂ ਵੀ ਫੋਰਐਵਰ ਮੈਨੂੰ ਕਲੀਅਰ ਹੋਊਗੀ ਥੋੜੀ ਜੀ ਵੀ ਹਾਂ ਜਿਹੜੇ ਸੁਪਨੇ ਆ, ਜਿਹੜੇ ਡ੍ਰੀਮ ਆ ਉਹ ਮੇਰੇ ਪੂਰੇ ਹੋ ਸਕਦੇ, ਸ਼ਾਇਦ ਮੈਂ ਵੀ ਲੱਖਾਂ ਰੁਪਈਆ ਜਿਹੜਾ ਕਮਾ ਸਕਦਾ, ਠੀਕ ਹੈ ਜੀ। ਨੈਕਸਟ ਮਿਹਨਤ ਕਰਨੀ ਸਟਾਰਟ ਕਰਤੀ, ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਾ ਵੀ ਗਰੀਬ ਫੈਮਿਲੀ ਚੋਂ ਸੀਗੇ। ਦਲਜੀਤ ਰਾਮ ਦੀ ਦੇਹ ਦੇ ਵਿੱਚ 500 ਤੋਂ ਜ਼ਿਆਦਾ ਰੁਪਏ ਨਹੀਂ ਸੀਗੇ। ਤੇ ਸੋ ਮਿਹਨਤ ਨੂੰ ਕਰਨਾ ਸਟਾਰਟ ਕਰਤਾ ਜੀ। ਤੇ ਡੇਲੀ ਜਿਹੜਾ ਆਡੀਓ ਦਾ ਰਸਤਾ ਸੀਗਾ ਉਹ ਮੇਰੀ ਪੀਜੀ ਤੋਂ ਲੈ ਕੇ 9 ਕਿਲੋਮੀਟਰ ਦਾ ਰਸਤਾ ਹੁੰਦਾ ਸੀਗਾ। ਮੈਂ ਡੇਲੀ 9 ਕਿਲੋਮੀਟਰ ਤੁਰ ਕੇ ਉੱਥੇ ਜਾਂਦਾ ਹੁੰਦਾ ਸੀਗਾ, ਠੀਕ ਹੈ ਜੀ। ਡੇਲੀ 9 ਕਿਲੋਮੀਟਰ ਤੁਰ ਕੇ ਨਾ ਆਉਣਾ ਦਾ ਕਿੰਨਾ 18 ਕਿਲੋਮੀਟਰ ਬਣ ਜਾਂਦਾ ਸੀਗਾ ਜੀ। ਤੇ ਕਦੇ ਕਦੇ ਰਸਤੇ 'ਚ ਲਿਫਟ ਵੀ ਮਿਲ ਜਾਂਦੀ ਸੀਗੀ, ਠੀਕ ਹੈ ਜੀ। ਲਿਫਟਾਂ ਦੇ ਲੈ ਕੇ ਜਾਂਦੇ ਰਹੇ ਸੀਗੇ ਵੀ ਬਹੁਤ ਮਿਹਨਤ ਕੀਤੀ ਸੀਗੀ ਵੀ ਇੰਨਾ ਜਨੂਨ ਹੋ ਗਿਆ ਸੀਗਾ ਵੀ ਹੁਣ ਤਾਂ ਸ਼ਾਇਦ ਵੀ ਕੁਝ ਕਰਨਾ ਪੈਣਾਗਾ, ਕਿਉਂਕਿ ਮੈਨੂੰ ਇਹ ਚੀਜ਼ ਕਲੀਅਰ ਹੋ ਗਈ ਸੀਗੀ ਭਾਜੀ ਜੇ 9 ਲੱਖ ਦਾ ਕਰਜ਼ਾ ਲਾਉਣਾ ਨਾ 10,000 ਦੀ ਨੌਕਰੀ ਕਰਕੇ 9 ਲੱਖ ਦਾ ਕਰਜ਼ਾ ਕਦੇ ਨਹੀਂ ਲੈ ਸਕਦਾ ਹੈਗਾ। ਤਾਂ ਮੈਂ ਫੋਰਐਵਰ ਤੋਂ ਡਿਸਾਈਡ ਕੀਤਾ ਸੀਗਾ ਕਿਤੇ ਜਲਦੀ ਰਾਮ ਵੀ 2 ਸਾਲ ਮਿਹਨਤ ਕਰਕੇ ਜੇ 1 ਲੱਖ ਮਹੀਨੇ ਦਾ ਆਉਣ ਲੱਗ ਗਿਆ, ਆਉਣੇ 9 ਮਹੀਨੇ ਤੇ ਤੂੰ 9 ਦਾ 9 ਲੱਖ ਜਿਹੜਾ ਲਾ ਦੇਗਾ, ਠੀਕ ਹੈ ਜੀ। ਜਿੱਦਾਂ ਤੁਸੀਂ ਸਕਸੈਸ ਡੇ ਅਟੈਂਡ ਕਰ ਰਹੇ ਹੋ ਨਾ, ਤੇ ਇੱਕ ਵਾਰੀ ਆ ਸਕਸੈਸ ਡੇ ਲਈ ਸਾਰੇ ਜਣੇ ਜ਼ੋਰਦਾਰ ਕਲੈਪ ਕਰ ਦਿਓ ਜੀ। ਤੇ ਮੈਂ ਸਕਸੈਸ ਡੇ ਲਾਇਆ ਜਲੰਧਰ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਇੱਥੇ ਬਹੁਤ ਸਾਰੇ ਦੋਸਤਾਂ ਨੂੰ ਜਿਹੜਾ ਰੈਕਗਨਾਈਜ਼ ਕੀਤਾ ਗਿਆ ਨਾ, ਤੇ ਕੋਈ ਸੁਪਰਵਾਈਜ਼ਰ ਬਣਿਆ, ਕੋਈ ਏਐਮ ਬਣਿਆ, ਕੋਈ ਮੈਨੇਜਰ ਬਣਿਆ। ਤੇ ਮੈਂ ਇਸ ਸੀਟ ਤੇ ਬੈਠਾ ਸੀਗਾ, ਜਿੱਦਾਂ ਤੁਸੀਂ ਸਾਰੇ ਸੀਟ ਤੇ ਬੈਠੇ ਹੋ ਨਾ, ਤਾਂ ਮੈਂ ਕਿਉਂ ਡਿਸਾਈਡ ਕਰ ਲਿਆ ਕਿ ਵੀ ਦਲਜੀਤ ਰਾਮ ਆਉਣ ਵਾਲੇ ਜਿਹੜੇ 3 ਮਾਹ ਤੋਂ ਬਾਅਦ ਜਿਹੜਾ ਸਕਸੈਸ ਡੇ ਹੋਊਗਾ ਨਾ, ਤੂੰ ਇੱਥੇ ਖੜਾ ਹੋਵੇਂਗਾ। ਬਹੁਤ ਮਿਹਨਤ ਕੀਤੀ ਜੀ, ਤੇ ਬਹੁਤ ਮਤਲਬ ਮੈਂ ਟੁੱਟ ਗਿਆ, ਬਹੁਤ ਜ਼ਿਆਦਾ ਮਿਹਨਤ ਕੀਤੀ। ਮੈਂ ਸਕਸੈਸ ਡੇ ਲਾਉਣ ਤੋਂ ਬਾਅਦ 3 ਮਹੀਨੇ ਲਗਾਤਾਰ ਬਹੁਤ ਜ਼ਿਆਦਾ ਐਫਰਟ ਮਾਰੇ। 3 ਮਹੀਨੇ ਬਾਅਦ ਮੈਂ ਫੇਰ ਉਸ ਸਕਸੈਸ ਡੇ ਤੇ ਪਹੁੰਚਿਆ ਦੋਸਤੋ। ਮੈਂ ਫੇਰ ਆਹ ਸਟੇਜ ਤੇ ਨਹੀਂ ਸੀਗਾ, ਫੇਰ ਮੈਂ ਕਿੱਥੇ ਬੈਠਾ ਸੀਗਾ ਜੀ, ਪਿੱਛੇ ਬੈਠਾ ਸੀਗਾ। ਪਰ ਫੇਰ ਉਹਦੇ ਪ੍ਰਾਣ ਲੈ ਕੇ ਆਇਆ ਸੀਗਾ ਵੀ ਦਲਜੀਤ ਰਾਮ ਜਿਹੜਾ ਨੈਕਸਟ ਸਕਸੈਸ ਡੇ ਹੋਊਗਾ ਨਾ, ਤੂੰ ਉੱਪਰ ਹੋਏਗਾ, ਇੰਨੀ ਕਿ ਜ਼ਿਆਦਾ ਤੂੰ ਹੋਰ ਮਿਹਨਤ ਕਰਨੀ ਦੋਸਤੋ। ਸਹੀ 6 ਮਹੀਨਿਆਂ ਬਾਅਦ ਫੇਰ ਸਕਸੈਸ ਡੇ ਆਇਆ ਸੀਗਾ ਦੋਸਤੋ। ਬਹੁਤ ਮਿਹਨਤ ਕੀਤੀ ਪਰ ਬਹੁਤ ਐਫਰਟ ਲਾਏ, ਮੈਂ ਫੇਰ ਪਿੱਛੇ ਸੀਗਾ। ਪਰ ਫਿਰ ਉੱਥੇ ਬਹੁਤ ਲੋਕਾਂ ਰੈਗੂਲੇਸ਼ਨ ਹੋਏ, ਬਹੁਤ ਲੋਕ ਮੈਨੇਜਰ ਬਣੇ, ਤੇ ਮੈਨੂੰ ਬਹੁਤ ਟੁੱਟਿਆ, ਮੈਂ ਬਹੁਤ ਰੋਇਆ। ਪਰ ਜਿਹੜੇ ਲੋਕ ਸਟੇਟ ਤੇ ਆ ਰਹੇ ਸੀ ਉਹਨੂੰ ਅੱਗ ਲੱਗ ਰਹੀ ਸੀ ਕਿ ਜੇ ਇੰਡੀਆ ਤੋਂ ਹੋਰ ਲੋਕ ਕਾਮਯਾਬ ਹੋ ਸਕਦੇ ਨਾ, ਦਲਜੀਤ ਰਾਮ ਤੂੰ ਵੀ ਇੱਕ ਨਾ ਇੱਕ ਦਿਨ ਕਾਮਯਾਬ ਹੋਏਗਾ। ਤੈਨੂੰ ਹੋਰ ਮਿਹਨਤ ਦੀ ਲੋੜ ਹੈ, ਹੋਰ ਐਫਰਟ ਮਾਰ ਦਲਜੀਤ ਰਾਮ। ਇਹਦਾ ਬੁਰੇ ਟਾਈਮ 'ਚ ਬੰਦਾ ਜਾਂ ਟੁੱਟ ਜਾਂਦਾ ਜਾਂ ਫਿਰ ਰਿਕਾਰਡ ਤੋੜ ਦਿੰਦਾ। ਤੀਜਾ ਸਕਸੈਸ ਡੇ ਫੇਰ ਆਇਆ ਦੋਸਤੋ। ਮੈਂ ਫੇਰ ਬਹੁਤ ਮਿਹਨਤ ਕੀਤੀ, ਪਰ ਮੈਂ ਫੇਰ ਇਸ ਸਟੇਜ ਤੇ ਨਹੀਂ ਆ ਚੁੱਕਿਆ, ਨਹੀਂ ਆਇਆ ਸੀਗਾ। ਪਰ ਮੈਂ ਫੇਰ ਪਿੱਛੇ ਬੈਠਾ ਸੀਗਾ, ਪਰ ਮੈਂ ਫੇਰ ਟੁੱਟਿਆ, ਮੈਂ ਫੇਰ ਬਹੁਤ ਰੋਇਆ ਨਾ ਵੀ ਫੇਰ ਲੋਕ ਇੱਥੇ ਸਟੇਜ ਤੇ ਆਏ, ਲੋਕ ਮੈਨੇਜਰ ਬਣੇ, ਸੁਪਰਵਾਈਜ਼ਰ ਏਮ ਬਣੇ। ਫੇਰ ਸਿੱਧੇ ਜੱਗ ਲਾਈ ਦਲਜੀਤ ਰਾਮ ਹੋਰ ਮਿਹਨਤ ਕਰਦੇ, ਹੋਰ ਐਫਰਟ ਲਾ ਦੇ, ਤੂੰ ਬਾਪੂ ਦਾ 9 ਲੱਖ ਦਾ ਕਰਜ਼ਾ ਲਾਉਣਾਗਾ। ਦਿਨ ਰਾਤ ਇੱਕ ਕਰਦੇ ਦੋਸਤੋ, ਮੈਂ ਦਿਨ ਰਾਤ ਇੱਕ ਕਰਤੀ। ਤੇ 1 ਸਾਲ ਦੇ ਬਾਅਦ ਤੇ ਇਸ ਸਕਸੈਸ ਡੇ ਮੈਂ 1.25 ਸਾਲ ਦੇ ਵਿੱਚ ਦੋਸਤੋ ਸਟੇਟ ਦੇ ਉੱਤੋਂ ਤੜਕੇ ਤੋਂ ਲੈ ਕੇ ਸਵੇਰ ਤੱਕ ਨਹੀਂ ਲਿਆ ਸੀਗਾ ਦੋਸਤੋ। ਸਾਰਿਆਂ ਪਿੰਡਾਂ ਪਾ ਕੇ ਆਇਆ ਸੀਗਾ, 3 ਪਿੰਡਾਂ ਪਾ ਕੇ, 3 ਪਿੰਡਾਂ ਲੈ ਕੇ ਆਇਆ ਸੀਗਾ। ਕਿਉਂਕਿ ਮੇਰੀ ਬਾਈ ਕਲੀਅਰ ਸੀ ਭਾਜੀ, ਮੈਨੂੰ ਫੋਰਐਵਰ ਚੋਂ ਕੀ ਮਿਲਣਾਗਾ ਦੋਸਤੋ। ਕਹਿੰਦੇ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਹੈਗੀ, ਠੋਕਰਾਂ ਖਾ ਕੇ ਅਕਲ ਆਉਂਦੀ ਆ, ਬਦਾਮ ਖਾ ਕੇ ਅਕਲ ਨਹੀਂ ਆਉਂਦੀ। ਵੀ ਜ਼ਿੰਦਗੀ 'ਚ ਇੰਨੀਆਂ ਠੋਕਰਾਂ ਟੁੱਟ ਚੁੱਕਿਆ ਸੀਗਾ। 9 ਲੱਖ ਦਾ ਮੈਨੂੰ ਹਰ ਟਾਈਮ ਕਰਜ਼ਾ ਰਹਿੰਦਾ ਸੀਗਾ, ਹਰ ਟਾਈਮ ਰਹਿੰਦਾ ਸੀਗਾ ਕਿ ਬਾਪੂ ਦੇ ਲਈ ਕੁਝ ਕਰਨਾਗਾ, ਫੈਮਿਲੀ ਦੇ ਲਈ ਕੁਝ ਕਰਨਾਗਾ, ਠੀਕ ਹੈ ਜੀ। ਨੈਕਸਟ ਸਲਾਈਡ ਤੇ ਤੁਹਾਨੂੰ ਦੱਸ ਦਿੰਦੇ ਆ
ਪਹਿਲਾਂ ਕਬੱਡੀ ਦੀ ਵੀ ਆਪਾਂ ਮਿਹਨਤ ਕੀਤੀ ਆ ਫੁੱਲ, ਠੀਕ ਹੈ ਜੀ। ਫਿਰ ਫੋਰਐਵਰ ਦੀ ਵੀ ਫੁੱਲ ਮਿਹਨਤ ਕੀਤੀ ਹੈ, ਠੀਕ ਹੈ ਜੀ। ਤੇ ਸਟਾਰਟਿੰਗ ਕੀਤੀ 2017 ਦੇ ਵਿੱਚ, ਠੀਕ ਹੈ ਜੀ। ਐਜਾ ਤੁਸੀਂ ਸਾਰੇ ਸਟਾਰਟਿੰਗ ਕੀਤੀ ਸੀਗੇ। ਮੇਰਾ ਜਿਹੜਾ ਫਾਸਟ ਚੈੱਕ ਸੀਗਾ ਉਹ 8210 ਰੁਪਏ ਦਾ ਆਇਆ ਸੀ। ਤੇ ਫੋਟੋ ਦੇਖ ਲਓ ਦੋਸਤੋ ਵੀ ਕਿੱਦਾਂ ਜਿਹੜੀ ਜ਼ਿੰਦਗੀ ਸੀਗੀ। ਇਹ ਵੀ ਸ਼ਰਟ ਮੇਰੀ ਕਿਸੇ ਦੀ ਪਾਈ ਹੋਈ ਹੈ, ਇਹ ਵੀ ਸ਼ਰਟ ਮੇਰੀ ਆਪਣੀ ਸੀਗੀ ਜਿਹਦੇ ਨਾਲ ਫੋਟੋ ਆਈ ਹੋਈ ਹੈ, ਠੀਕ ਹੈ ਜੀ। ਤੇ ਨੈਕਸਟ ਚੱਲੇ ਇੱਕ ਸਾਲ 2017 ਚ ਕੀਤਾ ਤੇ 2018 ਚ ਮਿਹਨਤ ਕਰਕੇ ਜਿਹੜਾ ਮੇਰਾ ਪਿਓਰ ਕਿੰਨੇ ਪਹੁੰਚ ਗਿਆ ਜੀ 1,12,927 ਰੁਪਏ ਮੇਰਾ ਜਿਹੜਾ ਪਿਓਰ ਪਹੁੰਚ ਗਿਆ ਜੀ। ਪਰ ਹਜੇ ਵੀ ਜਿਹੜੀ ਜੰਗ ਸੀਗੀ ਉਹ ਜਾਰੀ ਸੀਗੀ, ਹਜੇ ਵੀ ਜਿਹੜੀ ਮਿਹਨਤ ਸੀਗੀ ਉਹ ਮੇਰੀ ਜਾਰੀ ਸੀਗੀ ਜੀ। ਤੇ ਨੈਕਸਟ 2019 ਦੇ ਵਿੱਚ ਜਿਹੜਾ ਪਿਓਰ ਸੀਗਾ ਮੇਰਾ 2,04,925 ਰੁਪਏ ਦੇ ਪਹੁੰਚਾ ਦੋਸਤੋ। ਸਟਾਰਟਿੰਗ ਕਿੱਥੋਂ ਕੀਤੀ ਸੀਗੀ ਜੀ 8210 ਤੋਂ ਸਟਾਰਟਿੰਗ ਕੀਤੀ ਸੀਗੀ। ਮੈਨੂੰ ਤੇ ਇੰਨਾ ਬੜੀ ਹੋ ਗਿਆ ਸੀ ਵੀ ਦਲਜੀਤ ਰਾਮ ਦੇ ਅਕਾਊਂਟ ਤੇ 8210 ਆ ਸਕਦੇ ਨਾ, ਤੇ ਅੱਜ ਮਿਹਨਤ 8210 ਜਿੰਨੀ ਕਰਦੀ ਕੀਤੀ ਆ, ਤੂੰ ਮਿਹਨਤ ਹੋਰ ਵਧਾ ਦੇ, ਮਿਹਨਤ 1 ਲੱਖ ਜਿੰਨੀ ਕਰਦੇ ਤੇਰੇ ਅਕਾਊਂਟ 'ਚ 1 ਲੱਖ ਵੀ ਆਊਗਾ। ਦਲਜੀਤ ਰਾਮ ਆਊਗਾ, ਅੱਜ ਅਕਾਊਂਟਾਂ 'ਚ ਆਉਂਦਾ ਭਾਜੀ ਇੰਨਾ ਪੈਸਾ, ਹਰ ਮੰਥਲੀ ਅਕਾਊਂਟਾਂ ਦੇ ਵਿੱਚ ਆਉਂਦਾ ਵਾ। ਨੈਕਸਟ ਸਲਾਈਡ ਹੈ ਜੀ। ਤੇ ਨੈਕਸਟ ਸਰਵਾਤ ਸ਼ੁਰੂ ਨਹੀਂ ਹੋਈ, ਦੁਬਾਰਾ ਕਿੰਨਾ ਚੜ ਗਿਆ ਜੀ 2019 ਚੜ ਗਿਆ। ਹਜੇ ਵੀ ਜੰਗ ਸਾਰੀ ਸੀਗੀ, ਹਜੇ ਵੀ ਜਿਹੜੀ ਅੱਗ ਉਹ ਠੰਡੀ ਨਹੀਂ ਹੋਈ ਸੀਗੀ। ਤੇ 2019 ਦੇ ਵਿੱਚ ਮੇਰਾ ਸੀਨੀਅਰ ਮੈਨੇਜਰ ਲੈਵਲ ਇੱਥੇ ਕੁਆਲੀਫਾਈ ਹੋ ਗਿਆ ਜੀ, ਸੀਨੀਅਰ ਮੈਨੇਜਰ ਲੈਵਲ। ਤੇ ਜਿੰਨੇ ਵੀ ਇੱਥੇ ਬੈਠੇ ਤੁਹਾਨੂੰ ਸਿਰਫ ਮੈਨੇਜਰ ਤੱਕ ਦੱਸਿਆ ਹੋਊਗਾ ਕਿ ਸਾਰਾ ਡ੍ਰੀਮ ਲੈਵਲ ਕੀ ਹੈ ਜੀ ਮੈਨੇਜਰ ਲੈਵਲ ਆ। ਇੰਨੀ ਕਿ ਜ਼ਿਆਦਾ ਮਿਹਨਤ ਕੀਤੀ, ਇੰਨੇ ਕਿ ਜ਼ਿਆਦਾ ਐਫਰਟ ਮਾਰੇ ਜੀ, ਠੀਕ ਹੈ ਜੀ। ਤੇ ਇੱਕ ਮੈਨੇਜਰ ਲੈਵਲ ਤੋਂ ਉੱਪਰ ਆਇਆ ਜਿਹਨੂੰ ਕਹਿੰਦੇ ਆ ਸੀਨੀਅਰ ਮੈਨੇਜਰ ਲੈਵਲ। ਅੱਜ ਮੈਂ ਇੱਥੇ ਭਾਜੀ ਕੀ ਆ ਸੀਨੀਅਰ ਮੈਨੇਜਰ ਹਾਂ ਜੀ, ਇੱਥੇ ਮੈਂ ਸੀਨੀਅਰ ਮੈਨੇਜਰ, ਠੀਕ ਹੈ ਜੀ। ਤੇ ਸੀਨੀਅਰ ਮੈਨੇਜਰ ਬਣਨ ਤੋਂ ਪਹਿਲਾਂ ਬਣਨ ਤੋਂ ਪਹਿਲਾਂ ਉਸ ਬਾਣੀਏ ਦਾ ਜਿਹੜਾ 9 ਲੱਖ ਜਿਹੜਾ ਮੈਂ ਕਰਜ਼ਾ ਉਹ ਉਤਾਰਦਾ ਸੀਗਾ ਦੋਸਤੋ। ਜਿਹੜੇ ਜਿਹੜਾ ਬਾਣੀਆ ਦਲਜੀਤ ਰਾਮ ਨੇ ਇਦਾਂ ਕਹਿਣਾ ਹੁੰਦਾ ਸੀ ਵੀ ਦਲਜੀਤ ਰਾਮ ਉੱਥੇ ਬੈਠਾ ਵੇਟ ਕਰ ਲਾ, ਅੱਧੇ ਘੰਟੇ ਜਾਂ ਘੰਟੇ ਤੱਕ ਆਈ, ਮੈਂ ਫੇਰ ਤੈਨੂੰ ਦੱਸਦਾ। ਦੋਸਤੋ ਉਸ ਬਾਣੀਏ ਨੇ ਮੈਨੂੰ ਆਪਦੇ ਆਫਿਸ ਵਿੱਚ ਲਾ ਕੇ ਪਹਿਲੀ ਵਾਰੀ ਗੰਨੇ ਦਾ ਜੂਸ ਪਿਆ ਜੀ, ਕਹਿੰਦਾ ਦਲਜੀਤ ਰਾਮ ਗੰਨੇ ਦਾ ਜੂਸ ਪੀ ਕੇ ਜਾ। ਉਹਦੇ ਸਵਾਲ ਆ ਗਏ, ਉਹਦੇ ਜਿਹੜੇ ਠੰਡ ਪਈ ਸੀ ਕਿਸੇ ਕਾਲ ਵਿੱਚ ਵੀ ਹਾਂ ਬਾਪੂ ਅੱਜ ਮੈਂ ਤੇਰਾ ਪੁੱਤ ਆ, ਅੱਜ ਮੈਂ ਤੇਰਾ ਜਿਹੜਾ ਕਰਜ਼ਾ ਉਹ ਤਾਰ ਕੇ ਰੱਖਦਾ। ਦੋਸਤੋ ਉਹਦੇ ਮੈਨੂੰ ਰੋਟੀ ਚੰਗੀ ਲੱਗੀ ਸੀਗੀ, ਉਹਦੇ ਮੈਨੂੰ ਸਵਾਦ ਆ ਕੇ ਮਿਹਨਤ ਕਰਨਾ। ਕਹਿੰਦੇ ਹੁੰਦੇ ਨਾ ਮਿਹਨਤ ਦਾ ਮੁੱਲ ਇੱਕ ਦਿਨ 'ਚ ਨਹੀਂ ਪੈਂਦਾ ਹੈਗਾ, ਮਿਹਨਤ ਕਰਦੇ ਰਹੋ, ਤੁਹਾਡੀ ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਪਊਗਾ। ਉਹ ਰੱਬ ਮਿਹਨਤ ਦਾ ਮੁੱਲ ਲੁਕੋਗੇ ਨਹੀਂ ਕਰਦਾ। ਬਸ ਜੀ ਤਿੰਨ ਚੀਜ਼ਾਂ ਤੇ ਵਿਸ਼ਵਾਸ ਕਰਕੇ ਚੱਲਿਓ ਭਾਜੀ। ਆਪਣੇ ਤੇ ਹੈਗਾ ਭਰੋਸਾ ਜੀ ਸਾਰਿਆਂ ਨੂੰ? ਹੈਗਾ ਜੀ ਸਾਰਿਆਂ ਨੂੰ? ਤੇ ਪ੍ਰਮਾਤਮਾ ਤੇ ਹੈਗਾ ਜੀ ਭਰੋਸਾ ਸਾਰਿਆਂ ਨੂੰ? ਤੇ ਤੀਜਾ ਫੋਰਐਵਰ ਦੇ ਉੱਤੇ ਭਰੋਸਾ ਕਰ ਲਓ ਭਾਜੀ। ਜੋ ਵੀ ਡ੍ਰੀਮ ਲੈ ਕੇ ਆਏ ਹੋ ਨਾ ਉਹ ਪੂਰੇ ਹੋਣਗੇ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਸਾਰਿਆਂ ਦੇ। ਹਜੇ ਵੀ ਜਿਹੜੀ ਅੱਗ ਉਹ ਠੰਡੀ ਨਹੀਂ ਹੋਈ ਸੀਗੀ ਦੋਸਤੋ, ਹਜੇ ਵੀ ਜਿਹੜੀ ਠੰਡ ਉਹ ਬੜੇ ਲੋਕਾਂ ਨੇ ਤਾਨੇ ਮਾਰੇ ਸੀਗੇ ਵੀ ਦਲਜੀਤ ਰਾਮ ਤੂੰ ਲੱਖ ਨਹੀਂ ਕਮਾ ਸਕਦਾ, ਤੇਰੇ ਗੱਡੀਆਂ ਨਹੀਂ ਆ ਸਕਦੀਆਂ, ਠੀਕ ਹੈ ਜੀ। ਕੀਤਾ ਸੀਗਾ ਸ਼ੁਰੂ ਫੋਰਐਵਰ ਨੂੰ 2017 ਚ, ਕੀਤਾ ਸੀਗਾ ਸ਼ੁਰੂ ਫੋਰਐਵਰ ਨੂੰ 2017 ਚ। ਉਹ ਕਹਿੰਦੇ ਸੀ ਲੋਕੀ ਉੱਥੇ ਬਣਦਾ ਕੱਖ ਨਹੀਂ, ਕਹਿੰਦੇ ਸੀ ਲੋਕੀ ਉੱਥੇ ਬਣਦਾ ਕੱਖ ਨਹੀਂ, ਦਲਜੀਤ ਰਾਮ ਤੇਰੇ ਵਰਗਾ ਬੰਦਾ ਕਮਾ ਸਕਦਾ ਲੱਖ ਨਹੀਂ। ਕਹਿੰਦਾ ਸੁਣ ਕੇ ਉਹਨਾਂ ਦੇ ਤਾਨੇ, ਕਹਿੰਦਾ ਸੁਣ ਕੇ ਉਹਨਾਂ ਦੇ ਤਾਨੇ ਅੱਗ ਇੱਥੇ ਲੱਗੀ ਸੀ, ਕਹਿੰਦਾ ਸੁਣ ਕੇ ਉਹਨਾਂ ਦੇ ਤਾਨੇ ਅੱਗ ਇੱਥੇ ਲੱਗੀ ਸੀ। ਇਹ ਤੋਂ ਬਾਅਦ ਮਿਹਨਤ ਦਾਰਾ ਇੱਕ ਕਰਕੇ ਅੰਤ ਤੱਕ ਹੋ ਕੇ ਕੀਤੀ ਆ। ਉਹ ਸੁਣ ਸੁਣ ਤਾਨੇ ਲੋਕਾਂ ਦੇ ਆਪਾਂ ਕਾਲੇ ਰੰਗ ਦੀ ਬਾਰਨਾ ਖੜੀ ਕੀਤੀ ਆ। ਨੈਕਸਟ ਕਰ ਦੋ ਸਲਾਈਡ। तो उस टाइम बापू के काल ठंड पै गई, बापू ताने मारते सी भी ये चीज़ां हो नहीं सकदियां सीगां। ते मेरा बापू कहना सीगा भी लक पुत भुल जा, खेती करनी पऊ, स्प्रे करनी पऊ, खेती दी साडे गोडे घस के लक गड्डियां ये नहीं आ सकदियां सीगां। पर
ਮਨ 'ਚ ਵਿਸ਼ਵਾਸ ਸੀਗਾ ਵੀ ਹਾਂ ਬਾਪੂ ਤੇਰੇ ਜਿਹੜੀਆਂ ਗੱਲਾਂ ਕਹਿਣਾ ਮੈਂ ਕਰਕੇ ਦਿਖਾਊਂਗਾ। ਤੇ ਬਾਪੂ ਦੇ ਹੱਥ ਤੇ ਚਾਬੀ ਧਰਤੀ ਸੀ, ਉਹ ਤੋਂ 25 ਗੱਡੀਆਂ ਦੇ ਨਾਲ ਪਿੰਡ ਦੇ ਵਿੱਚ ਐਂਟਰੀ ਕੀਤੀ ਸੀਗੀ ਮੈਂ ਉਸ ਦਿਨ। कहना पिता की दौलत पे पर घमंड क्या करना, मजा तब हो दौलत आपकी तो दौलत आपकी और घमंड आपके पिताजी करे इस दौलत पे। दोस्तों ब्लास्ट किया सीगा, ब्लास्ट वो पत्ने गड्डी नहीं ली सीगी पिंड दे 16 तरीक ਨੂੰ एक गड्डी नहीं दो गड्डियां खड़ा सीगा घर ਦੇ ਵਿੱਚ ਜਾ ਕੇ, ਇੱਕ ਫਾਦਰ ਸਾਹਿਬ ਲਈ ਤੇ ਇੱਕ ਆਪਦੇ ਲਈ। कहना जे बापू के दम ते उठी लईए ना पुत कोई फायदा नहीं है बापू के दम ते उठी, जे भरा के दम ते जे बरना लईया और स्वाद आ गया भी हाँ बापू मैं तेरा अज पुत हैगा ना। वो नहीं है भी बापू गए तो नक्के मारदा फिर दलजीत राम गड्डियां ते फिरदा, बापू ने भी गड्डी दित्ती है भी बापू लै नज़ारे जिंदगी इंजॉय कर। ठीक है जी। ते दोस्तों तुहानूं दस चुक्या मैं पहले कि दलजीत राम वो शख्स सीगा जिहड़ा 5-5 7-7 10-10 रुपये इकट्ठे करके आपदे कपड़े लिया सीगा जां एडमिशन करता सीगा। ठीक है जी। 27 साल तो पहला मैं कुछ भी नहीं सीगा दोस्तों। ते 2019 ਦੇ ਵਿੱਚ ਜਿਹੜਾ ਮੇਰਾ ਮਿਲੀਨੀਅਰ ਲਿਸਟ ਦੇ ਵਿੱਚ ਨਾਂ ਆ ਚੁੱਕਿਆ ਸੀਗਾ 2019 ਦੇ ਵਿੱਚ। ਮੈਂ ਦੱਸੂਗਾ ਮਿਲੀਨੀਅਰ ਕੀ ਹੁੰਦਾਗਾ। ਮਿਲੀਨੀਅਰ ਉਹ ਲਿਸਟ ਦਾ ਨਾਂ ਗਾ ਕਿ ਇੰਡੀਆ ਦੇ ਵਿੱਚ 20% ਜਿਨ੍ਹਾਂ ਦਾ ਅਮੀਰ ਲੋਕਾਂ ਦਾ ਨਾਂ ਆ ਜਾਂਦਾਗਾ। ਠੀਕ ਹੈ ਜੀ। 2 ਸਾਲ 2.5 ਸਾਲ ਦੀ ਮਿਹਨਤ ਕਰਕੇ ਅੱਜ ਅਮੀਰ ਲੋਕਾਂ ਦੇ ਨਾਂ ਦੇ ਵਿੱਚ ਮੇਰਾ ਨਾਮ ਆ ਜੀ। फिर तो गल कहूंगा जे गरीब घरे जम्मे आ ओदे च अपनी गलती नहीं हैगी ब्रदर, जे गरीब घरे मर गए ना ओदे च अपनी गलती आ, ओदे विच अपनी गलती आ। ठीक है जी। कर लिया जिंदगी ने सारे ने। ते दोस्तों ते 2017 दे विच मेरे दोस्त आ दीप जी, इन्हां ने एक बार जोरदार क्लैपिंग कर दो जी। ਤੇ ਮੇਰਾ ਦੋਸਤ ਸੀਗਾ ਇਹ ਮਲੇਸ਼ੀਆ ਦੇ ਵਿੱਚੋਂ ਇੰਡੀਆ ਆਇਆ ਸੀਗਾ। ਠੀਕ ਹੈ ਜੀ। ਤੇ ਮੈਂ ਤੁਹਾਨੂੰ ਇਸ ਓਪਰਚੁਨਿਟੀ ਬਾਰੇ ਦੱਸਿਆ ਕਿਉਂਕਿ ਮੈਂ ਵੀ ਚਾਹੁੰਦਾ ਸੀਗਾ ਮੇਰੇ ਦੋਸਤ ਦੇ ਵੀ ਘਰੇ ਲੱਖਾਂ ਰੁਪਇਆ ਜਾਵੇ ਕਿਉਂਕਿ ਉਹਦੀ ਜਿਹੜੀ ਕੰਡੀਸ਼ਨ ਸੀਗੀ ਹਾਲਾਤ ਖਰਾਬ ਹੀ ਸੀਗੇ ਘਰ ਦੇ। ਸੋ ਸਟਾਰਟਿੰਗ ਕੀਤੀ ਉਹਨਾਂ ਨੇ ਮੇਰੇ ਨਾਲ ਫਸਟ ਟਾਈਮ ਆਏ ਤੇ ਉਹਨਾਂ ਨੇ ਇੱਕ ਗੱਲ ਬੋਲੀ ਸੀਗੀ ਕਿਉਂਕਿ ਆਪਾਂ ਪਿੰਡਾਂ ਵਾਲੇ ਜੀ ਸਾਰੇ ਪਿੰਡਾਂ ਵਾਲੇ ਆ। ਕਹਿੰਦਾ ਯਾਰ ਬਈ ਬੋਲਣਾ ਸੀ, ਕਹਿੰਦਾ ਕਿੱਥੋਂ ਹੋਣਾ, ਕਹਿੰਦਾ ਕੋਈ ਇੱਟਾਂ ਉੱਟਾਂ ਦੱਸ, ਕਹਿੰਦਾ ਆਪਾਂ ਉਹ ਚੱਕ ਲੈਂਦੇ ਆ। ਠੀਕ ਹੈ ਜੀ। मां कोई गल नहीं तू 5-7 दिन समझ भाई कि काम तेन 5-7 दिन समझ। ते दोस्तों अज वो बंदा लाख 1.5 लाख के सिस्टम दे विचों कमा रहा ते बारना टॉप मॉडल गड्डी बाय कर चुका है। कोई मन दे विच शक ना रखियो, वहम ना रखियो। ते तुहानूं मैं एक शक वहम तो स्टोरी सुणाउणा थोड़ी जी। कहंदे कि बांदर दे पानी हुंदे जी ते वो नदी दे कंढे ते रहिंदे ने ਤੇ ਬਾਂਦਰੀ ਨੂੰ ਸੁਪਨਾ ਆ ਜਾਂਦਾ ਰਾਤ ਨੂੰ ਵੀ ਜੇ 4 ਵਜ ਕੇ ਕੁਝ ਸਕਿੰਟਾਂ ਵਿੱਚ ਨਦੀ 'ਚ ਛਾਲ ਮਾਰਦੀ ਆ ਤਾਂ ਉਹ ਰਾਣੀ ਬਣ ਜੂ, ਜੇ ਬਾਂਦਰ ਛਾਲ ਮਾਰਦਾ ਤਾਂ ਉਹ ਰਾਜਾ ਬਣ ਜੂਗਾ। ਤੇ ਉਹ ਬਾਂਦਰ ਨਾਲ ਡਿਸਕਸ ਕਰਦੇ, ਬਾਂਦਰ ਕਹਿੰਦਾ ਵੀ ਹਾਂ ਵੀ ਆਪਾਂ ਮਾਰਾਂਗੇ ਸਾਥ ਦੀ ਕੋਈ ਗੱਲ ਨਹੀਂ। ਤਾਂ ਕੀ ਹੋਇਆ ਜਿਹੜੇ ਟਾਈਮ ਉੱਪਰ ਭਵਿੱਖਬਾਣੀ ਹੋਈ ਸੀਗੀ, ਜਿਹੜੇ ਟਾਈਮ ਸੁਪਨਾ ਆਇਆ ਸੀਗਾ ਉਹ ਟਾਈਮ ਵੱਜ ਗਿਆ, ਟਾਈਮ ਹੋ ਗਿਆ। ਜਿਹੜੀ ਉਹ ਬਾਂਦਰੀ ਸੀਗੀ ਉਹਨੇ ਨਦੀ ਦੇ ਵਿੱਚ ਛਾਲ ਮਾਰਤੀ। ਜਦੋਂ ਕੁਝ ਸਕਿੰਟਾਂ ਬਾਅਦ ਬਾਹਰ ਆਉਂਦੀ ਹੈ ਤਾਂ ਕੀ ਹੁੰਦਾ, ਉਹ ਸੱਚੀ ਮੁੱਚੀ ਰਾਣੀ ਬਣ ਜਾਂਦੀ ਹੈ। ਤੇ ਫਿਰ ਬਾਂਦਰ ਨੂੰ ਦੇਖਦੇ ਬਾਂਦਰ ਮਹਾਰਾਜ ਵੀ ਰਾਜਾ ਬਣ ਗਿਆ ਹੋਊਗਾ, ਪਰ ਬਾਂਦਰ ਜੀ ਕਿਤੇ ਦੇਖਦੇ ਨਹੀਂ ਹੈਗੇ। ਫਿਰ ਉਹ ਟਾਣੇ ਤੇ ਨਿਗਾਹ ਮਾਰਦੇ, ਬਾਂਦਰ ਟਾਣੇ ਕਹਿੰਦੀ ਬਾਂਦਰਾ ਸਾਲ ਨਹੀਂ ਮਾਰੀ ਹੈਗੀ। ਬਾਂਦਰ ਕਹਿੰਦਾ ਮੇਰੇ ਮਨ 'ਚ ਸ਼ੱਕ ਆ ਗਿਆ ਸੀਗਾ। ਉਹ ਕਹਿੰਦੇ ਕੀ ਸ਼ੱਕ ਆ ਗਿਆ ਸੀਗਾ? ਕਹਿੰਦਾ ਇਹ ਸ਼ੱਕ ਆ ਗਿਆ ਸੀਗਾ, ਕਹਿੰਦਾ ਵੀ ਜੇ ਕਿਤੇ ਮੈਂ ਰਾਜਾ ਨਾ ਬਣਿਆ। ਉਹ ਕਹਿੰਦੀ ਮੂਰਖ ਬਾਂਦਰ ਸਾਲ ਦਾ ਮਾਰ ਦਿੰਦਾ ਨਾ ਵੀ ਖਬਰ ਤੂੰ ਰਾਜਾ ਬਣ ਜਾ, ਵੀ ਬਾਂਦਰ ਦਾ ਬਾਂਦਰ ਤੂੰ ਸੀਗੀ। ਉਹੀ ਗੱਲ ਭਾਈ ਆਪਣੀ ਆ, ਜਿਹੜਾ 9 ਲੱਖ ਦਾ ਕਰਦਾ ਉਹ ਤਾਂ ਹੈਗੀ ਸੀਗਾ। ਆਪਾਂ ਤਾਂ ਬਾਂਦਰੀ ਨੂੰ ਛਾਲ ਮਾਰ ਕੇ ਤੇ ਰਾਜੇ ਬਣ ਗਏ ਭਾਈ ਸੱਚੀ ਮੁੱਚੀ। ਤੇ 2018 ਦੇ ਵਿੱਚ ਮੇਰਾ ਦੋਸਤ ਆ ਸੰਧਾਵਾ ਜੀ ਨਾਮ ਮਸੀਹ ਸਿੰਘ, ਇੱਕ ਵਾਰੀ ਇਹਨਾਂ ਦੇ ਲਈ ਵੀ ਜ਼ੋਰਦਾਰ ਕਲੈਪਿੰਗ ਕਰ ਦਿਓ। ਰੱਬ ਨੇ ਕੀ ਚੀਜ਼ ਸਿਖਾਈ ਆ ਕਿ ਜੇ ਤੇਰੇ ਘਰੇ ਲੱਖ ਪਹੁੰਚ ਗਿਆ ਨਾ, ਹੋਰਾਂ ਦੇ ਘਰੇ ਵੀ ਤੂੰ ਲੱਖ ਰੁਪਇਆ ਪਹੁੰਚਾਉਣਾਗਾ। ਤੇ 2018 ਦੇ ਵਿੱਚ ਸੰਧਾਵਾ ਜੀ ਮੇਰੇ ਕੋਲੇ ਆਏ ਤੇ 3-4 ਦਿਨ ਕੰਮ ਨੂੰ ਸਮਝਿਆ ਜੀ ਤੇ ਪਿੰਡ ਵਾਲਿਆਂ ਦੀ ਸੁਣ ਲਈ। ਪਿੰਡ ਵਾਲੇ ਕਹਿੰਦੇ ਵੀ ਇਹੋ ਜਿਹੇ ਕੰਮ ਨਹੀਂ ਚੱਲਦੇ ਹੁੰਦੇ ਹੈਗੇ, ਉੱਥੇ ਨਹੀਂ ਕੋਈ ਲੱਖਾਂ ਰੁਪਇਆ ਆਉਂਦਾ। ਤਾਂ ਦੋਸਤੋ ਇਹ ਬੰਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਯਾਰ
मैं नहीं कहना फॉरएवर करनी हैगी। मैं क्यों कहना साडे गवांढी कहते भी ਇਹ ਜਿਹੇ ਕੰਮ नहीं ਚੱਲਦੇ ਹੁੰਦੇ ਵੀ तू तो जाके फस गया। तो ਤੁਸੀਂ ਮਾਤਾ ਦੇ ਨਾਲ मैं गल ਕੀਤੀ ਸੀਗੀ ਮਾਤਾ ਦੇ ਨਾਲ ਤੇ ਉਹ ਕਹਿੰਦੀ ਕੀ ਹਾਲ ਆ। ਮਹਾ ਮਾਂ ਬਹੁਤ ਵਧੀਆ, ਤੁਸੀਂ ਦੱਸੋ ਕਿਵੇਂ ਹੋ। ਇੱਕ ਗੱਲ ਕਹੀ ਸੀਗੀ ਮਹਾ ਮਾਂ 1.5 ਸਾਲ ਦਾ ਮੈਨੂੰ ਟਾਈਮ ਦੇ ਦੇ, ਠੀਕ ਹੈ ਜੀ, ਤੇ 1.5 ਸਾਲ ਦੇ ਘਰੇ ਮੇਰੀ ਜ਼ਿੰਮੇਵਾਰੀ ਆ ਤੁਹਾਡੇ ਘਰੇ ਲੱਖ ਰੁਪਈਆ ਪਹੁੰਚਾਉਣਾ, ਮੇਰੀ ਜ਼ਿੰਮੇਵਾਰੀ ਆ। ਉਹ ਕਹਿੰਦੀ ਮਾਂ ਕਹਿੰਦੀ ਲੈ ਪੁੱਤ ਜਿਹੜਾ ਮੇਰਾ ਪੁੱਤ ਆ ਮੈਂ ਤੈਨੂੰ ਸੌਂਪਤਾ, ਮੈਂ 150 ਨਾ ਤੋਂ ਪੈਸਾ ਮੰਗਾ ਨਾ ਤੋਂ ਮੈਂ ਕਰਾਂ ਵੀ 1.5 ਸਾਲ ਦਾ ਇਹ ਪੁੱਤ ਤੇਰਾ ਹੋ ਗਿਆ। ਦੋਸਤੋ ਸਹੀ 5-6 ਮਹੀਨਿਆਂ ਦੇ ਬਾਅਦ ਉਸ ਮਾਂ ਦੇ ਘਰੇ ਲੱਖ ਰੁਪਈਆ ਪਹੁੰਚਾਤਾ ਸੀਗਾ ਉਸ ਮਾਂ ਦੇ ਘਰੇ। ਜਿਹੜੇ ਪਿੰਡ ਦੇ ਕਹਿੰਦੇ ਨਾ ਇਦਾਂ ਦੇ ਕੰਮ ਨਹੀਂ ਚੱਲਦੇ ਕਿ ਗੱਡੀਆਂ ਨਹੀਂ ਆਉਂਦੀਆਂ, ਸਹੀ 13 ਮਹੀਨਾ ਬਾਅਦ ਮਾਨ ਬੀਬੀਆਂ ਪਿੰਡ ਦੇ ਵਿੱਚ i20 ਗੱਡੀ ਬਾਰਦੇ ਸੀ ਮਾਨ ਬੀਬੀਆਂ ਦੇ ਪਿੰਡ ਵਿੱਚ। ਕਹਿੰਦਾ ਘਰੇ ਬੈਠੇ ਮਿਲਦੇ ਨਾ ਮਕਾਨ ਬੱਲਿਆ, ਮਿਹਨਤਾਂ ਦੇ ਨਾਲ ਬਣਦੇ ਆ ਨਾਮ ਬੱਲਿਆ, ਮਿਹਨਤਾਂ ਦੇ ਨਾਲ ਬਣਦੇ ਆ ਨਾਮ ਬੱਲਿਆ। ਤੇ ਹੋਇਆ ਜੀ ਕੁਝ ਕਲੀਅਰ? ਹਜੇ ਸਟੋਰੀ ਬਾਕੀ ਨਹੀਂ ਹੈਗੀ, ਥੋੜਾ ਰਹਿ ਗਈ ਦੱਸਣ ਵਾਲੀ। ਤੇ 2019 ਦੇ ਵਿੱਚ ਮੈਂ ਆਪਣੇ ਫਾਦਰ ਸਾਹਿਬ ਨੂੰ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਜਦੋਂ ਸਟਾਰਟਿੰਗ ਵਿੱਚ ਇਹਦੇ ਜੱਗੀ ਸਾਹਿਬ ਜੀ ਬੈਠੇ ਆ, ਮੈਂ ਜਦੋਂ ਸਟਾਰਟਿੰਗ ਕਰਦੇ ਹੁੰਦੇ ਮੈਂ ਇੱਕ ਗੱਲ ਕਹਿੰਦਾ ਹੁੰਦਾ ਜਿਹੜੀ ਟ੍ਰੇਨਿੰਗ ਵਿੱਚ ਖੜਾ ਹੋ ਕੇ ਵੀ ਬਾਪੂ ਦੇ ਪੁੱਤ ਉੱਦੇ ਆ ਜਿੱਦੇ ਬਾਪੂ ਨੂੰ ਆਪਾਂ ਆਪਣੇ ਦਮ ਤੇ ਇੱਕ ਕਨਾਲ ਵਾਹਣ ਦੀ ਖਰੀਦ ਕੇ ਦਿੱਤੀ ਵੀ ਉਹਦੇ ਸਵਾਲ ਹੋ ਕਿ ਮੈਂ ਬਾਪੂ ਦਾ ਪੁੱਤ ਆ। ਠੀਕ ਹੈ ਜੀ, ਸਹੀ ਮਿਹਨਤ ਕਰਕੇ ਅੱਜ ਤੋਂ 2019 ਦੇ ਵਿੱਚ ਬਾਪੂ ਨੂੰ ਮੈਂ ਆਪਣੇ ਅੰਮ ਤੇ ਦਮ ਤੇ ਮਿਹਨਤ ਕਰਕੇ ਅੱਧਾ ਕਿਲਾ ਵਾਹਣ ਦਾ ਦੇ ਬਾਪੂ ਸਾਹਿਬ ਨੂੰ ਲੈ ਕੇ ਦਿੱਤਾ ਸੀ। ਉਹਦੇ ਪਤਾ ਕਿ ਬਾਪੂ ਦਾ ਪੁੱਤ ਆ। ਉਹਦੇ ਖੰਡ ਪਈ ਗੱਲ ਵੀ ਹਾਂ ਵਾਕਈ ਮੈਂ ਬਾਪੂ ਦਾ ਪੁੱਤ ਹਾਂ। ਠੀਕ ਹੈ ਜੀ, ਤੇ ਬਾਕੀ ਸਾਰੇ ਇਦਾਂ ਦੀ ਫੈਮਿਲੀ 'ਚ ਆਏ ਹੋਣਗੇ ਨਾ, ਕੋਈ ਸ਼ਾਇਦ ਗਰੀਬ ਹੋਊ, ਕਿਸੇ ਸ਼ਾਇਦ ਕਰਜ਼ਾ ਹੋਊਗਾ, ਕਿਸੇ ਦਾ ਸ਼ਾਇਦ ਮਕਾਨ ਪਾਉਣਾ ਹੋਊਗਾ, ਪਰ ਤੁਹਾਡੇ ਹੱਥ ਦਾ ਜਜ਼ਬਾ ਹੈ। ਠੀਕ ਹੈ ਜੀ, ਅੱਜ ਤੁਸੀਂ ਡਿਸਾਈਡ ਕਰਨਾ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਕਿੱਥੇ ਪਹੁੰਚਣਾਗਾ। ਤੇ 2017 ਦੇ ਬ੍ਰਦਰ ਮੈਂ ਵੀ ਇੱਥੇ ਬੈਠਾ ਸੀਗਾ, ਮੇਰੇ ਕੋਲ ਵੀ ਕੁਝ ਨਹੀਂ ਸੀਗਾ 2017 ਦੇ ਵਿੱਚ, ਪਰ ਅੱਜ 35 ਲੱਖ ਤੋਂ ਜ਼ਿਆਦਾ ਪੈਸਾ ਜਿਹੜਾ ਮੈਂ ਫੋਰਐਵਰ ਦੇ ਵਿੱਚੋਂ ਹੁਣ ਤੱਕ ਕਮਾ ਚੁੱਕਿਆ। 35 ਲੱਖ ਤੋਂ ਜ਼ਿਆਦਾ 3 ਸਾਲਾਂ ਦੇ ਵਿੱਚ। ਸਟੱਡੀ ਦੀ ਗੱਲ ਕਰਾਂ, ਸਟੱਡੀ ਦੀ ਨਾ +2 ਵੀ ਓਪਨ ਦੇ ਵਿੱਚ ਕੀਤੀ ਹੋਈ ਹੈ, 10ਵੀਂ ਮੇਰੀ ਉਹ ਓਪਨ ਦੇ ਵਿੱਚ ਕੀਤੀ ਹੋਈ ਹੈ, ਪਰ ਕਮਾ ਕਿੰਨਾ ਰਿਹਾ ਅੱਜ 35 ਲੱਖ ਰੁਪਏ ਕਮਾ ਚੁੱਕਾ 3 ਸਾਲਾਂ ਦੇ ਵਿੱਚ ਭਾਜੀ। ਤਾਂ ਤੁਸੀਂ ਵੀ ਕਮਾ ਸਕਦੇ ਹੋ। ਅੱਜ ਇੱਕ ਬੰਦਾ ਵਾਅਦਾ ਕਰਦਾ ਦੋਸਤੋ, ਅੱਜ 2020 ਚੱਲਦਾ, ਠੀਕ ਹੈ ਜੀ, ਅਗਰ ਤੁਸੀਂ 2021 2022 2023 ਫੋਰਐਵਰ 'ਚ ਹੋਏ ਨਾ, ਅੱਜ ਜਿਸ ਲੈਵਲ ਤੇ ਮੈਂ ਖੜਾ ਨਾ, ਆਉਣ ਵਾਲਾ ਸੇਮ ਤੁਸੀਂ ਇੱਥੇ ਹੋਵੋਗੇ, ਸਾਰੇ ਸੇਮ ਤੁਸੀਂ ਇੱਥੇ ਹੋਵੋਗੇ। ਕਹਿੰਦਾ ਲੱਗਦੀ ਨਾ ਰੋਟੀ ਸਵਾਦ ਜੇ ਦਾਲ ਵਿੱਚ ਨੂਣ ਨਾ ਹੋਵੇ, ਲੱਗਦੀ ਨਾ ਰੋਟੀ ਸਵਾਦ ਜੇ ਦਾਲ ਵਿੱਚ ਨੂਣ ਨਾ ਹੋਵੇ, ਉਹ ਹੁੰਦੀ ਨਹੀਂ ਫੋਰਐਵਰ ਉਹਨਾਂ ਬੰਦਿਆਂ ਤੋਂ ਜਿਨ੍ਹਾਂ ਬੰਦਿਆਂ ਦੇ ਵਿੱਚ ਕੁਝ ਕਰਨ ਦਾ ਜਨੂਨ ਨਾ ਹੋਵੇ। ਤੇ ਹੋਇਆ ਜੀ ਕਲੀਅਰ ਫੋਰਐਵਰ? ਯੈਸ ਸਰ। ਤੁਸੀਂ ਵੀ ਬ੍ਰਦਰ ਕਰ ਸਕਦੇ ਹੋ, ਤੁਸੀਂ ਵੀ ਇਹ ਚੀਜ਼ਾਂ ਅਚੀਵ ਕਰ ਸਕਦੇ ਹੋ, ਬਟ ਤੁਹਾਡੇ ਜੋ ਉਹ ਚੀਜ਼ਾਂ ਹਾਸਲ ਕਰਨ ਦੀ ਹਿੰਮਤ ਹੋਣੀ ਚਾਹੀਦੀ ਵੀ ਬਾਕੀ ਤੁਸੀਂ ਆਪਣੀ ਲਾਈਫ ਵਿੱਚ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਓਪਰਚੁਨਿਟੀ ਫੋਰਐਵਰ ਜਿਹੜੀ ਮਿਲ ਚੁੱਕੀ ਆ, ਜਿਹੜੀ 2017 ਦੇ ਵਿੱਚ ਮੈਨੂੰ ਮਿਲੀ ਸੀ। ਠੀਕ ਹੈ ਜੀ, ਅੱਜ ਜਿਹੜਾ ਸਾਰੇ ਇੱਕ ਸੁਪਨਾ ਜਿਹੜਾ ਪੂਰਾ ਕਰ ਚੁੱਕਿਆ ਹੈਗਾ। ਠੀਕ ਹੈ ਜੀ, ਤੇ ਨੈਕਸਟ ਜੇ ਕੁਝ ਸੁਪਨੇ ਬਾਕੀ ਆ, ਇੱਕ ਸੁਪਨਾ ਬਾਕੀ ਆ ਮੰਮੀ ਡੈਡੀ ਨੂੰ ਸਰਪ੍ਰਾਈਜ਼ ਦੇਣਾਗਾ, ਉਹਨਾਂ ਦੇ ਹੱਥ ਦੇ ਵਿੱਚ ਪਾਸਪੋਰਟ ਤੇ ਮੋਹਰ ਲਾ ਕੇ ਫੜਾਉਣੀ ਜੀ, ਲੈ ਬਾਪੂ ਫਾਰਮ ਹੈ ਤੂੰ ਜਾ ਕੇ ਲਿਆਓ। ਬਹੁਤ ਤਾਨੇ ਮਾਰੇ ਲੋਕਾਂ ਨੇ, ਬਹੁਤ ਲੋਕ ਕਹਿੰਦੇ ਸੀਗੇ ਵੀ ਇਦਾਂ ਦੇ ਕੰਮ ਚੱਲਦੇ ਨਹੀਂ ਹੁੰਦੇ। ਸਹੁੰ ਵਾਧੀ ਹੋਈ ਉਹਨਾਂ ਲੋਕਾਂ ਵਾਸਤੇ। ਇੱਕ ਪਿੰਡ ਦੇ ਵਿੱਚ ਬਿੜਾ ਤਿਆਰ ਕਰਨਾ ਆਉਣ ਵਾਲੇ ਟਾਈਮ ਤੇ ਬਿੜੇ ਤੇ ਐਲੋਵੇਰਾ ਦੀ ਬੋਤਲ ਦੀ ਫੋਟੋ ਸਾਹਿਬ ਇਹ ਚੀਜ਼ ਲਿਖਣੀ ਆ ਵੀ ਇਦਾਂ ਦੇ ਕੰਮ ਚੱਲਦੇ ਨਹੀਂ ਹੁੰਦੇ, ਵੀ ਇਦਾਂ ਦੇ ਕੰਮ ਚੱਲਦੇ ਨਹੀਂ ਹੁੰਦੇ ਹੈਗੇ। बस लास्ट यही मैसेज किया था शुरू फरवरी को 2017 में। उस टाइम हम दौड़ के आते थे और आज हम अपनी गड्डी पे घर अपने जाते हैं। घर बह के ना थोड़ी दोस्तों अच्छे दिन आते हैं, घर बह के ना थोड़ी दोस्तों अच्छे दिन आते हैं। करनी है लाइफ चेंज जी? यस सर। ਤੇ ਤੁਹਾਨੂੰ ਓਪਰਚੁਨਿਟੀ ਮਿਲ ਚੁੱਕੀ ਆ ਤੇ ਚੱਕ ਲਓ ਫੱਟੇ ਸਾਰੇ ਲੈ ਕੇ ਬਾਬੇ ਨਾਨਕ ਦਾ ਨਾਮ। ਤੇ ਇਦੋਂ ਬਾਅਦ ਕਿਸੇ ਨੂੰ ਕੋਈ ਬਾਬਾ ਨਾਨਕ ਆ ਕੇ ਨਹੀਂ ਕਹਿੰਦਾ ਹੈਗਾ ਵੀ ਲੈ ਪੁੱਤ ਫੋਰਐਵਰ ਕਰ ਲਾ ਦੇ ਤੂੰ ਲੱਖਾਂ ਰੁਪਿਆ
ਕਮਾਲ ਆ। ਤੇ 2017 में ਮੈਨੂੰ ਵੀ ਸਪੈਸ਼ਲ ਬਾਬਾ ਨਾਨਕ ਉਤਰ ਕੇ ਹੀ ਆਇਆ ਸੀਗਾ ਵੀ ਲੈ ਤੂੰ ਫੋਰਐਵਰ ਕਰ ਲੈ, ਤੇਰੀ ਜ਼ਿੰਦਗੀ ਚੇਂਜ ਹੋਊਗੀ। ਦੋ ਬਾਅਦ ਮੈਨੂੰ ਸਾਰਾ ਕੁਝ ਦੇਖਿਆ ਕਿ ਗਰੀਬ ਫੈਮਿਲੀ ਚ ਲੋਕ ਨਿਕਲ ਕੇ ਇੱਥੇ ਤੱਕ ਪਹੁੰਚ ਗਏ ਆ, ਠੀਕ ਹੈ ਜੀ, ਪਿੰਡਾਂ ਤੋਂ ਨਿਕਲ ਕੇ ਲੋਕ ਇੱਥੇ ਤੱਕ ਪਹੁੰਚ ਗਿਆ। ਜਦ ਤੁਸੀਂ ਇਹ ਚੁਣੋਗੇ ਤੁਸੀਂ ਵੀ ਇੱਥੇ ਤੱਕ ਪਹੁੰਚ ਜਾਓਗੇ। ਮੈਨੂੰ ਤਾਂ ਅੱਗ ਲੱਗਦੀ ਸੀਗੀ, ਇੱਥੇ ਸੀਨੇ 'ਚ ਅੱਗ ਲੱਗ ਜਾਂਦੀ ਸੀ, ਮੈਂ ਪਿੰਡਾਂ ਵਾਲਾ ਬੰਦਾ ਦੇਖ ਰਿਹਾ, ਪਿੰਡ ਦਾ ਮੁੰਡਾ ਕਹਿੰਦਾ ਮੈਨੇਜਰ ਬਣ ਗਿਆ। ਹਾਂ ਮੈਂ ਵੀ ਇੱਕ ਦਿਨ ਮੈਨੇਜਰ ਬਣ ਕੇ ਦਿਖਾਊਂਗਾ, ਮਿਹਨਤ ਜਾਰੀ ਆ, ਕਰੂੰਗਾ ਚੀਜ਼ਾਂ। ਅੱਜ ਸਾਰੀਆਂ ਚੀਜ਼ਾਂ ਕਰਦੀਆਂ ਤੁਹਾਡੇ ਸਾਹਮਣੇ। ਸੋਚਿਆ ਸੀਗਾ ਬਾਪੂ ਨੂੰ ਬਾਹਰ ਲੈ ਕੇ ਦੇਣਾ, ਦੇਤਾ। ਸੋਚਿਆ ਸੀਗਾ ਬਾਪੂ ਨੂੰ ਗੱਡੀ ਲੈ ਕੇ ਦੇਣੀ ਆ, ਲੈ ਕੇ ਦੇ ਦਿੱਤੀ ਆ। ਅੱਜ ਸਾਰੀ ਜ਼ਿੰਦਗੀ ਜਿਹੜੀ ਮੈਂ ਫੋਰਐਵਰ ਦੇ ਵਿੱਚੋਂ ਆਪਣੀ ਚੇਂਜ ਕਰ ਚੁੱਕਿਆ ਗਾ। ਹਲੇ ਵੀ ਜਿਹੜਾ ਸ਼ੁਰੂਆਤ ਖਤਮ ਨਹੀਂ ਹੋਇਆ ਹੈਗਾ, ਹਲੇ ਵੀ ਜਿਹੜੀ ਮਿਹਨਤ ਆ ਉਹ ਅੱਗੇ ਚੱਲ ਰਹੀ ਹੈ, ਠੀਕ ਹੈ ਜੀ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ ਆ ਜੀ, ਤੇ ਸਾਰੇ ਇਸ ਕਨਸੈਪਟ ਨੂੰ ਜ਼ਰੂਰ ਸਮਝੋ ਤੇ ਆਪਣੀ ਜਿਹੜੀ ਲਾਈਫ ਨੂੰ ਤੁਸੀਂ ਸਾਰੇ ਜਾਣੇ ਚੇਂਜ ਕਰ ਸਕਦੇ ਹੋ। ਤੇ ਮੇਰੇ ਵੱਲੋਂ ਬੈਸਟ ਆਫ ਲੱਕ ਆ ਜੀ। ਚੱਕ ਲਓ ਫਟੇ ਜੀ ਸਾਰੇ।